ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ 7 ਜੂਨ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਪੰਜਾਬ ਟੀਵੀ ਦੇ ਉੱਪਰ ਮਾਰਨਿੰਗ ਜਿਹੜੇ ਆਪਣੇ ਸ਼ੋਅ ਹੁੰਦੇ ਆ 8 ਵਜੇ ਤੋਂ ਸ਼ੁਰੂ ਹੁੰਦੇ ਆ ਜੀ ਲਾਈਵ ਟੋਰਾਂਟੋ ਸਮੇਂ ਮੁਤਾਬਕ 8 ਤੋਂ 10 2 ਘੰਟੇ ਦੇ ਮਾਰਨਿੰਗ ਸ਼ੋਅ ਹੁੰਦੇ ਆ ਤੇ ਸ਼ਾਮ ਨੂੰ ਸਾਡੇ 6 ਵਜੇ ਲਾਈਵ ਸ਼ੋਅ ਸ਼ੁਰੂ ਹੁੰਦੇ ਆ ਜੀ ਟੋਰਾਂਟੋ ਤੋਂ ਤੇ 8 ਤੋਂ 9 ਹੁੰਦਾ ਬਲਤੇਜ ਪੰਨੂ ਸਾਹਿਬ, ਰਵਿੰਦਰ ਸਿੰਘ ਤੇ ਪ੍ਰਿੰਸ ਸੰਧੂ ਸਾਹਿਬ ਲੈ ਕੇ ਹੁੰਦੇ ਅੱਜ ਨਵਾਂ ਪੰਜਾਬ ਇੰਡੀਆ ਦੀ ਗੱਲਬਾਤ ਹੁੰਦੀ ਆ ਤੇ 9 ਤੋਂ 10 ਦੇਸੀ ਰੰਗ ਦੀ ਵਾਰੀ ਆ ਜਾਂਦੀ ਹੈ। ਦੇਸੀ ਰੰਗ ਦੇ ਵਿੱਚ ਸੋਮਵਾਰ ਦਾ ਪ੍ਰੋਗਰਾਮ ਤੇ ਸੋਮਵਾਰ ਨੂੰ ਮਨਪ੍ਰੀਤ ਬੋਪਰ ਆਏ ਬਾਈ ਜੀ ਆਟੋ ਸੇਲ ਤੋਂ ਕਾਫੀ ਮਿਹਨਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਕੈਨੇਡਾ ਦੇ ਵਿੱਚ ਇੰਡੀਅਨ ਦਾ ਪੰਜਾਬੀਆਂ ਦਾ ਇਤਿਹਾਸ ਉਸ ਦੀਆਂ ਗੱਲਾਂ ਬਾਤਾਂ ਕਰੀਦੀਆਂ ਤੁਹਾਡੇ ਨਾਲ। 24ਵਾਂ ਐਪੀਸੋਡ ਹੋ ਗਿਆ ਜੀ, ਅਧਿਆਇ 24ਵਾਂ ਹੋ ਗਿਆ ਤੇ ਅੱਜ ਜਿਹੜੀ ਗੱਲਬਾਤ ਕਰਨੀ ਆ ਲੰਬਰ ਦੀ ਗੱਲ ਬੜੀ ਕਰਦੇ ਹੁੰਦੇ ਆਪਾਂ ਹਨਾ। ਲੰਬਰ ਵੈਂਕੂਵਰ ਦੇ ਵਿੱਚ ਲੰਬਰ ਮਿਲ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਆ ਤੇ ਅੱਜ ਜਿਹੜੀ ਹੈਗੀ ਆ ਜੀ ਮਾਇਓ ਜਾਂ ਵੱਖਰੀ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਕੁਝ ਕਹਿ ਸਕਦੇ MAYO ਲੰਬਰ ਕੰਪਨੀ ਐਂਡ ਪਾਲ ਦੀ ਕਮਿਊਨਿਟੀ। ਸੋ ਉਹਦੀ ਗੱਲਬਾਤ ਕਰਨੀ ਆ ਕੀ ਇਤਿਹਾਸ ਹੈਗਾ ਤੇ ਕੌਣ ਸੀ ਇਹਦੇ ਇੰਡੀਅਨ ਦੇ ਨਾਲ ਪੰਜਾਬੀਆਂ ਦੇ ਨਾਲ ਕੀ ਇਤਿਹਾਸ ਆ ਉਹ ਗੱਲਾਂ ਬਾਤਾਂ ਕਰਾਂਗੇ ਪਾਰਟ 1 ਦੇ ਵਿੱਚ ਤੇ ਪਾਰਟ 2 ਦੇ ਵਿੱਚ ਇੱਥੋਂ ਦਾ ਸਾਡਾ ਕੋਈ ਹੋਰ ਲੋਕਲ ਜਿਹੜਾ ਹੋਊਗਾ 5-7 ਮਿੰਟ ਦਾ ਸੈਗਮੈਂਟ ਉਹ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਮਨਪ੍ਰੀਤ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁੱਡ ਮਾਰਨਿੰਗ ਜੀ ਆਇਆਂ ਨੂੰ ਮਨਪ੍ਰੀਤ ਮਾਇਓ ਲੰਬਰ ਦੀ ਗੱਲਬਾਤ ਬਹੁਤ ਚੱਲਦੀ ਆ। ਵੈਂਕੂਵਰ ਦੇ ਵਿੱਚ ਲੰਬਰ ਮਿਲਾਂ ਬਹੁਤ ਜ਼ਿਆਦਾ ਹੈਗੀਆਂ ਤੇ ਹੁਣ ਪਤਾ ਨਹੀਂ ਆ ਕੋਵਿਡ ਕਰਕੇ ਮਿਲਾਂ ਬੰਦ ਹੋ ਗਈਆਂ, ਕਾਮੇ ਕਾਫੀ ਕੁਝ ਘਟ ਗਿਆ, ਜਿਹੜੇ ਰੇਟ ਆ ਲੰਬਰ ਦੇ ਬੜੇ ਚੱਕੇ ਗਏ ਆ ਹਨਾ। ਸੋ ਕਾਫੀ ਕੁਝ ਹੋਇਆ ਤੇ ਕੀ ਆ ਇਹਦਾ ਇਤਿਹਾਸ, ਆਪਾਂ ਚੱਲੀਏ ਜੀ ਪਿੱਛੇ ਨੂੰ। ਬਿਲਕੁਲ, ਇਹਦੇ ਵਿੱਚ ਜੇ ਸੰਦੀਪ ਜੀ ਆਪਾਂ ਗੱਲ ਕਰੀਏ ਮਾਇਓ ਸ਼ਬਦ ਤੋਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਕੋਈ ਅਲੱਗ ਭਾਸ਼ਾ ਦਾ ਆਏਗਾ। ਮਨਪ੍ਰੀਤ ਮੈਨੂੰ ਲੱਗਦਾ ਥੋੜਾ ਜਿਹਾ ਕੋਈ ਇੰਟਰਨੈਟ ਦੇ ਵਿੱਚ ਇਸ਼ੂ ਆ ਰਿਹਾ। ਹੁਣ ਠੀਕ ਹੈ, ਦੁਬਾਰਾ ਸ਼ੁਰੂਆਤ ਕਰੀਏ ਆਪਾਂ, ਪਲੀਜ਼ ਕਰਿਓ ਇੱਕ ਵਾਰੀ, ਚੈੱਕ ਕਰਦੇ ਆਪਾਂ ਜੀ। ਬਿਲਕੁਲ ਸੰਦੀਪ ਜੀ, ਜੇ ਆਪਾਂ ਮਾਇਓ ਦੀ ਗੱਲ ਕਰਦੇ ਹਾਂ ਨਾ, ਮਾਇਓ ਪਰਿਵਾਰ ਦੀ ਜਾਂ ਪਾਲ ਦੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਬੜਾ ਆਪਣਾ ਪ੍ਰਾਊਡ ਮੂਵਮੈਂਟ ਹੈ ਜੀ। ਜਿਹੜੀ ਆਪਣੇ ਮਾਇਓ ਲੰਬਰ ਕੰਪਨੀ ਦੀ ਆਪਾਂ ਗੱਲ ਕਰੀਏ, ਮਾਇਓ ਕੌਣ ਸੀ, ਮਾਇਓ ਲੰਬਰ ਕੰਪਨੀ ਦਾ ਓਨਰ ਕੌਣ ਸੀ, ਕਿਹਨੇ ਪਾਲ ਦੀ ਕਮਿਊਨਿਟੀ ਵਿੱਚ ਵਸਾਈ ਤੇ ਪਾਲ ਦੀ ਕਿਹੜਾ ਇੱਕ ਪਿੰਡ ਹੈ ਜੀ ਜਿਹਦਾ ਆਪਣਾ ਇਤਿਹਾਸ ਕੀ ਆ ਪਾਲ ਦੀ ਕਮਿਊਨਿਟੀ ਦੇ ਵਿੱਚ। ਜਾਂ ਆਪਾਂ ਇੱਥੇ ਜਿਹੜੀ ਡਿਵਰਸਿਟੀ ਦੀ ਗੱਲ ਕਰਦੇ ਆ, ਮਲਟੀ ਕਲਚਰ ਦੀ ਗੱਲ ਕਰਦੇ ਆ, ਜੇ ਕੈਨੇਡਾ ਦੇ ਵਿੱਚ ਮਲਟੀ ਕਲਚਰ ਜਿਹੜਾ ਹੈਗਾ ਫਾਰਮ ਹੋਇਆ, ਉਹ ਕਿੱਥੇ ਸਭ ਤੋਂ ਪਹਿਲਾਂ ਫਾਰਮ ਹੋਇਆ ਜੀ? ਮੈਨੂੰ ਵੀ ਇਹੀ ਲੱਗ ਰਿਹਾ ਕਿ ਕਿਉਂਕਿ ਬਹੁਤ ਵਧੀਆ ਟੌਪਿਕ ਆ ਤੇ ਮੈਂ ਜ਼ਰੂਰ ਚਾਹੂੰਗਾ ਇੱਕ ਵਾਰੀ ਡਿਸਕਨੈਕਟ ਕਰਕੇ ਦੁਬਾਰਾ ਕਾਲ ਸਾਡੇ ਹਿੰਮਤ ਉਹਨਾਂ ਨੂੰ ਕਹੂੰਗਾ ਕਿ ਮਨਪ੍ਰੀਤ ਉਹਨਾਂ ਨੂੰ ਰੀਕਨੈਕਟ ਕੀਤਾ ਜਾਵੇ ਕਿਉਂਕਿ ਬਹੁਤ ਹੀ ਵਧੀਆ ਵਿਸ਼ਾ। ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਹੁੰਦੇ ਆ ਨਾ, ਜਿਹੜਾ ਸਾਡਾ ਇਤਿਹਾਸ ਹੁੰਦਾ ਹੈ ਨਾ, ਕਿਵੇਂ ਸ਼ੁਰੂਆਤ ਹੋਈ ਆ ਪੰਜਾਬੀਆਂ ਦੀ, ਇੰਡੀਅਨ ਦੀ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਹੈ ਇਸ ਮੁਲਕ ਦੇ ਵਿੱਚ ਆ ਕੇ ਤੇ ਫਿਰ ਵੱਡੀਆਂ ਕੰਪਨੀਆਂ ਜਿਹੜੀਆਂ ਓਪਨ ਕੀਤੀਆਂ, ਖੋਲ੍ਹੀਆਂ ਤੇ ਉਹਨਾਂ ਦਾ ਇਤਿਹਾਸ ਕਿਸ ਤਰ੍ਹਾਂ ਸ਼ੁਰੂਆਤ ਹੋਈ ਆ, ਕਿੰਨੇ ਕੁ ਸਮੇਂ ਹੋ ਗਏ ਆ ਜਿਹੜੇ ਸਾਡੇ ਇੰਡੀਅਨ ਨੇ ਇੱਥੇ ਆ ਕੇ ਇਸ ਮੁਲਕ ਦੇ ਵਿੱਚ ਆ ਕੇ ਆਪਣੇ ਕੰਮਕਾਰ ਸ਼ੁਰੂ ਕਰਕੇ ਬਹੁਤ ਬੁਲੰਦੀਆਂ ਤੇ ਪਹੁੰਚੇ ਆ। ਸੋ ਬੜੀ ਦਿਲਚਸਪੀ ਨਾਲ ਇਹ ਵਿਸ਼ੇ ਨੂੰ ਆਪਾਂ ਸੁਣਾਂਗੇ ਤੇ ਮੇਰਾ ਢੀਂਡਸਾ ਸਾਹਿਬ ਅੰਕਲ ਵੀ ਕਾਫੀ ਕੁਝ ਜਾਣਦੇ ਆ ਪਾਲ ਦੀ ਕਮਿਊਨਿਟੀ ਬਾਰੇ। ਮਨੀ ਆ ਗਏ ਵਾਪਸ ਜੀ? ਹਾਂਜੀ ਬਿਲਕੁਲ ਜੀ ਆ ਜਾਓ ਵੀਰ ਜੀ, ਕਿਉਂਕਿ ਮੈਂ ਚਾਹੁੰਦਾ ਨਾ ਜੇ ਗੱਲਬਾਤ ਕੀਤੀ ਵਧੀਆ ਤਰੀਕੇ ਨਾਲ ਹੋਵੇ, ਕੁਝ ਕੱਟਿਆ ਨਾ ਜਾਵੇ, ਆਵਾਜ਼ ਦੇ ਵਿੱਚ ਕਿਤੇ ਡਿਸਕਨੈਕਟਿੰਗ ਨਹੀਂ ਨਾ ਹੋਵੇ ਜੀ। ਮਨਪ੍ਰੀਤ ਬਿਲਕੁਲ, ਆਪਣਾ ਜਿਵੇਂ ਕਹਿੰਦੇ ਆ ਇਤਿਹਾਸ ਜਿਵੇਂ ਆਪਣਾ ਹਮੇਸ਼ਾ ਲਈ ਆਪਣੇ ਲਈ ਮਾਣਮੱਤਾ ਹੁੰਦਾ ਜੀ। ਇੱਕ ਮਾਣਮੱਤੇ ਇਤਿਹਾਸ ਦੇ ਵਿੱਚ ਇੱਕ ਵਰਕਾ ਜੋੜਿਆ ਮਾਇਓ ਸਿੰਘ ਮਨਹਾਸ ਨੇ। ਉਹਨਾਂ ਨੇ ਆਪਣੀ ਵੈਨਕੂਵਰ ਦੇ ਵਿੱਚ ਮਾਇਓ ਲੰਬਰ ਮਿਲ ਸਥਾਪਿਤ ਕੀਤੀ ਤੇ ਮਾਇਓ ਲੰਬਰ ਮਿਲ ਹੀ ਇਕੱਲੀ ਸਥਾਪਿਤ ਨਹੀਂ ਕੀਤੀ, ਨਾਲ ਦੀ ਨਾਲ ਉਹਨਾਂ ਨੇ ਪਾਲ ਦੀ ਉੱਥੇ ਮਾਇਓ ਤੋਂ ਬਾਅਦ ਮਾਇਓ ਸਿੰਘ ਇੱਕ ਵਾਰ ਇਹ ਆਇਆ ਕਿ ਕੈਨੇਡਾ ਪੋਸਟ ਜਿਹੜਾ ਸੀ ਨਾ, ਮਾਇਓ ਯੂਕਰੇਨ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਸੀਗਾ, ਇੱਕ ਸਿਟੀ ਹੈਗਾ, ਉਹਦੇ ਕਰਕੇ ਉਹਨਾਂ ਨੇ ਆਪਣੇ ਪ੍ਰੋਬਲਮ ਆਉਂਦੀ ਸੀ ਬਾਰ-ਬਾਰ ਚਿੱਠੀ ਪੱਤਰ ਦੇਣ ਲਈ। ਤਾਂ ਕਰਕੇ ਉਹਨਾਂ ਨੇ ਜਿਹੜਾ ਮਾਇਓ ਸਿੰਘ ਸੀਗਾ, ਉਹਨਾਂ ਨੇ ਮਾਇਓ ਕਮਿਊਨਿਟੀ ਦਾ ਨਾਂ ਜਾਂ ਮਾਇਓ ਜਿਹੜੀ ਵੀ ਉਹਨਾਂ ਨੇ ਟਾਊਨ ਬਣਾਇਆ ਸੀ ਉਹਦਾ ਨਾਂ ਬਦਲ ਕੇ ਪਾਲ ਦੀ ਕਰਤਾ ਜੀ।
ਪਾਲਦੀ ਕਿਉਂ ਕੀਤਾ? ਕਿਉਂਕਿ ਪਾਲਦੀ ਇੱਕ ਪਿੰਡ ਆ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹਜੇ ਵੀ ਪੈਂਦਾ। ਉਹ ਮਾਇਓ ਸਿੰਘ ਮਨਹਾਸ ਬਿਲੋਂਗ ਕਰਦੇ ਸੀ ਤੇ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਜੀ। ਉਹਨਾਂ ਨੇ ਉਹ ਜਿਹੜਾ ਇੱਥੇ BC ਦੇ ਵਿੱਚ ਟਾਊਨ ਬਣਾਇਆ ਉਹਦਾ ਨਾਮ ਪਾਲਦੀ ਰੱਖਤਾ ਜੀ। ਪਾਲਦੀ ਦੇ ਵਿੱਚ ਫਿਰ ਗੁਰਦੁਆਰਾ ਸਾਹਿਬ ਬਣਦੇ ਆ, ਪਾਲਦੀ ਦੇ ਵਿੱਚ ਹੀ ਆਪਣੇ ਸਕੂਲ ਬਣਦਾ ਜੀ। ਸਕੂਲ ਦੇ ਵਿੱਚ ਜੈਪਨੀਜ਼, ਚਾਈਨੀਜ਼, ਗੋਰਿਆਂ ਦੇ, ਆਪਣੇ ਨਾਰਥ ਇੰਡੀਅਨ ਸਾਰੇ ਬੱਚੇ ਇਕੱਠੇ ਹੋ ਕੇ ਪੜ੍ਹਦੇ ਆ। ਉਹਨਾਂ ਦੀਆਂ ਪਿਕਚਰਾਂ ਵੀ ਹੈਗੀਆਂ ਨੇ ਜਿਹੜੀਆਂ ਇੰਟਰਨੈਟ ਤੇ ਤੁਹਾਨੂੰ ਲੱਭ ਜਾਂਦੀਆਂ ਨੇ। ਬਿਲਕੁਲ ਉਹ ਦਿਖਾਉਣਗੇ, ਹਿੰਮਤ ਹੋਣੀ ਵਿੱਚ ਦਿਖਾਉਣਗੇ ਵੀ ਪਿਕਚਰ ਆਪਾਂ ਨੂੰ। ਬਿਲਕੁਲ, ਜਿਹੜੀ ਹਿੰਮਤ ਜੀ ਹੁਣ ਆ ਪਿਕਚਰ ਦਿਖਾ ਰਹੇ ਆ, ਇਹ ਸਿੱਖ ਟੈਂਪਲ ਆ, ਸਿੱਖ ਗੁਰਦੁਆਰਾ ਜਿਹੜਾ ਪਾਲਦੀ ਦੇ ਵਿੱਚ ਬਣਿਆ। ਹਾਂ ਜੀ। ਇਹ ਹੁਣ ਦੀ ਤਸਵੀਰ ਹੈਗੀਆਂ ਨੇ ਜਿਹੜੀਆਂ, ਇਹ ਜਿਹੜੀ ਹੈਗੀ ਆ, ਕਿਉਂਕਿ ਇਸ ਟਾਈਮ ਉੱਥੇ ਪਾਲਦੀ ਦੇ ਵਿੱਚ ਇਹ ਕਮਿਊਨਿਟੀ ਉੱਥੇ ਨਹੀਂ ਰਹਿ ਰਹੀ, ਪਰ ਗੁਰਦੁਆਰਾ ਸਾਹਿਬ ਹਜੇ ਵੀ ਸੁਸ਼ੋਭਿਤ ਹੈਗੇ ਉੱਥੇ ਜੀ 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 ਜੀ। ਕਿਉਂਕਿ ਇਹ 1925 ਦੇ ਕਰੀਬ ਬਣਿਆ ਸੀ ਗੁਰਦੁਆਰਾ ਸਾਹਿਬ ਤੇ ਇਹਨੂੰ ਆਪਣਾ 1918 ਦੇ ਕਰੀਬ 1918 ਦੇ ਕਰੀਬ ਬਣਿਆ ਸੀ ਤੇ ਹੁਣੀ ਇਹਨਾਂ ਨੂੰ ਆਪਣੇ ਜੇ ਆਪਾਂ 2018 ਦੇ ਵਿੱਚ ਕਹੀਏ 100 ਸਾਲ ਦੇ ਕਰੀਬ ਹੋਏ ਆ। ਵਾਓ ਵਾਓ। ਇਹਦੀਆਂ ਕਾਫੀ ਸ਼ਾਰਟ ਦੇ ਵਿੱਚ ਜਿਹੜੀਆਂ ਸਟੋਰੀਆਂ ਹੈਗੀਆਂ ਨੇ YouTube ਤੇ ਵੀ ਆਈਆਂ ਨੇ ਜੀ ਜੀ। ਇੱਕ ਲੇਡੀ ਹੈਗੀ ਹੈ ਜੌਨ ਮਾਇਓ ਜੀ, ਉਹ ਮਾਇਓ ਸਿੰਘ ਮਨਹਾਸ ਦੀ ਡਾਟਰ ਇਨ ਲਾਅ ਜੀ। ਉਹਨਾਂ ਨੇ ਕਾਫੀ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਇਤਿਹਾਸ, ਹਿਸਟਰੀ, ਮਾਇਓ ਸਿੰਘ ਕੌਣ ਸੀ, ਕਿਵੇਂ ਉਹ ਕੰਮ ਕਰਦੇ ਸੀ, ਉਹ ਕਾਫੀ ਉਹਨਾਂ ਨੇ ਕਾਫੀ ਇੰਟਰਵਿਊ ਦੇ ਵਿੱਚ ਆਪਦੇ ਵਿੱਚ ਦੱਸਿਆ ਜੀ। ਮਨਪ੍ਰੀਤ ਹੁਣ ਤੁਸੀਂ ਮਿਡਲ ਜੇ ਨਾ ਹੁਣ ਸ਼ੁਰੂ ਤੋਂ ਦੱਸੋ, ਹੁਣ ਸਾਰਾ ਕੁਝ ਜਿਹੜੀ ਗੱਲਬਾਤ ਆ ਫੇਰ ਗੱਲ ਸ਼ੁਰੂ ਚ ਹੀ ਆਉਂ। ਮੈਂ ਥੋੜੀ ਸਟੋਰੀ ਦੱਸ ਰਿਹਾ, ਵਿਖਿਆਨ ਕਰ ਰਿਹਾ ਵੀ ਇੱਕ ਵਾਰ ਥੋੜਾ ਜਿਹਾ ਇੰਟਰਸਟ ਸਾਰਿਆਂ ਦਾ ਬਣੇ ਜੀ, ਉਹ ਚੀਜ਼ ਮੈਂ ਕਰ ਰਿਹਾ। ਬਾਈ ਦੀ ਵੇ ਆਪਾਂ ਸਾਰੀ ਚੱਲਾਂਗੇ, ਸਟੋਰੀ ਪੂਰੀ ਚੱਲਾਂਗੇ, ਪਰ ਮੈਂ ਇੱਕ ਵਾਰ ਥੋੜਾ ਸੰਖੇਪ ਦੇ ਵਿੱਚ ਦੱਸ ਰਿਹਾ ਤਾਂ ਕਿ ਸਾਰਿਆਂ ਦਾ ਇੰਟਰਸਟ ਬਣੇ ਜੀ ਜੀ। ਜੌਨ ਮਾਇਓ ਉਹ ਜਿਹੜਾ ਆਪਣੇ ਸ਼ਕਲ ਤੋਂ ਜੇ ਆਪਾਂ ਦੇਖੀਏ ਤਾਂ ਉਹ ਚਾਈਨੀਜ਼ ਕਮਿਊਨਿਟੀ ਦੀ ਲੇਡੀ ਲੱਗਦੀ ਹੈ, ਚਾਈਨੀਜ਼ ਜਾਂ ਜੈਪਨੀਜ਼ ਕਮਿਊਨਿਟੀ ਦੀ ਲੇਡੀ ਲੱਗਦੀ ਹੈ ਜਾਂ ਗੋਰੀ ਲੱਗਦੇ ਆ। ਠੀਕ ਹੈ। ਉਹ ਮਾਇਓ ਸਿੰਘ ਮਨਹਾਸ ਦੇ ਡਾਟਰ ਇਨ ਲਾਅ ਸੀ। ਉਹ ਬੰਦੇ ਇੰਨੇ ਫੇਮਸ ਸੀ ਕਿਉਂਕਿ ਉਹਨਾਂ ਦਾ ਨਾਮ ਹੁਣ ਜਿਵੇਂ ਸਰਨੇਮ ਆ ਨਾ ਜੌਨ ਮਾਇਓ ਜੀ, ਜਦ ਜੌਨ ਮਨਹਾਸ ਹੋਣਾ ਚਾਹੀਦਾ ਸੀ। ਉਹ ਪਪੂਲੈਰਿਟੀ ਕਰਕੇ ਉਹਨਾਂ ਨੇ ਇੰਨਾ ਕੁਝ ਕਮਿਊਨਿਟੀ ਦੇ ਲਈ ਕਰਿਆ, ਤਾਂ ਕਰਕੇ ਬੱਚਿਆਂ ਨੇ ਆਪਣਾ ਸਰਨੇਮ ਵੀ ਆਪਣੇ ਫਾਦਰ ਤੇ ਰੱਖ ਲਿਆ ਜੀ। ਬਹੁਤ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਜੀ। ਜੇ ਆਪਾਂ ਮਾਇਓ ਸਿੰਘ ਉਹਨਾਂ ਦੀ ਗੱਲ ਕਰੀਏ, ਮਾਇਓ ਸਿੰਘ ਮਨਹਾਸ ਜਿਨ੍ਹਾਂ ਦਾ ਜਨਮ 1888 ਦੇ ਵਿੱਚ ਪੂਰਬੀ ਪੰਜਾਬ ਦੇ ਪਿੰਡ ਪਾਲਦੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਇਆ ਜੀ। ਉਹ ਇੱਕ ਆਪਣੇ ਫਾਰਮਰ ਦੇ, ਕਿਸਾਨ ਦੇ ਪੁੱਤਰ ਸੀ। ਉਹਨਾਂ ਦੇ ਪਿਤਾ ਦਾ ਨਾਮ ਭੱਲਾ ਸਿੰਘ ਅਤੇ ਮਾਤਾ ਦਾ ਨਾਮ ਰੇਲੀ ਕੌਰ ਸੀ। ਉਹਨਾਂ ਦਾ ਜਿਹੜਾ ਵੱਡਾ ਭਰਾ ਸੀਗਾ ਭਾਨਾ ਸਿੰਘ, ਉਹ ਆਲਰੇਡੀ ਉਸ ਟਾਈਮ ਦੇ ਵਿੱਚ ਕੈਨੇਡਾ ਆ ਚੁੱਕਾ ਸੀ। ਜਿਵੇਂ ਆਪਾਂ ਕਹਿੰਦੇ ਆ ਕੈਨੇਡਾ ਦੇ ਵਿੱਚ ਜਿਹੜਾ ਆਪਣੇ ਇੱਥੇ ਆਉਣ ਲੱਗੇ ਆਪਾਂ 1897 ਦੇ ਵਿੱਚ ਜੀ। ਉਹ ਜਿਹੜਾ ਭਾਨਾ ਸਿੰਘ ਸੀਗਾ ਉਹ ਪਹਿਲੇ ਵਿਅਕਤੀਆਂ ਦੇ ਵਿੱਚੋਂ ਸੀ ਜਿਹੜੇ ਉਰੇ ਆਏ ਸੀਗੇ ਜੀ। ਸੰਦੀਪ ਜੀ ਜੀ ਜੀ। ਮਨਪ੍ਰੀਤ ਬਹੁਤ ਬਿਲਕੁਲ ਠੀਕ ਆ ਰਹੀ ਆਵਾਜ਼, ਸੁਣੀ ਜਾ ਰਿਹਾ, ਮੈਂ ਪੂਰੇ ਇੰਟਰਸਟ ਨਾਲ ਸੁਣ ਰਿਹਾ। ਸੰਦੀਪ ਜੀ ਇੰਟਰਨੈਟ ਦੀ ਪ੍ਰੋਬਲਮ ਆ ਰਹੀ ਹੈ? ਨਹੀਂ ਮਨਪ੍ਰੀਤ ਬਿਲਕੁਲ ਠੀਕ ਆ ਰਹੀ ਹੈ ਤੁਹਾਡੀ ਆਵਾਜ਼, ਆਲ ਗੁੱਡ, ਬਿਲਕੁਲ ਕਲੈਰਿਟੀ ਨਾਲ ਆਵਾਜ਼ ਆ ਰਹੀ ਵੀਰੇ, ਮੈਨੂੰ ਸੁਣ ਰਿਹਾ, ਬਿਲਕੁਲ ਕਲੀਅਰ ਆ। ਕੰਟੀਨਿਊਜ਼। ਓਕੇ ਜੀ। ਤੇ ਉਹਨਾਂ ਨੇ ਆ ਕੇ ਇੱਥੇ BC ਦੇ ਵਿੱਚ ਚਿਲਾਵੈਕ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕੀਤਾ, ਲੰਬੋ ਮਿਲ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਤੇ ਇਸੇ ਤਰ੍ਹਾਂ ਮਾਇਓ ਸਿੰਘ ਜਿਹੜੇ ਹੈਗੇ ਆ 1906 ਦੇ ਵਿੱਚ ਪਹਿਲਾਂ ਉਹ ਸੈਨ ਫਰਾਂਸਿਸਕੋ ਗਏ, ਫਿਰ ਉਹ ਰੇਲਵੇ ਦੀ ਉਹਨਾਂ ਨੂੰ ਨੌਕਰੀ ਮਿਲ ਗਈ ਚਿਲਾਵੈਕ ਦੇ ਵਿੱਚ ਜੀ। ਫਿਰ ਉਹ ਸਮੁੰਦਰੀ ਇਲਾਕੇ ਦੇ ਵਿੱਚ ਕਰਦੇ ਉਹ ਚਿਲਾਵੈਕ ਦੇ ਵਿੱਚ ਇੱਕ ਲੰਬਰ ਮਿਲ ਦੇ ਵਿੱਚ ਆ ਗਏ। ਲੰਬਰ ਮਿਲ ਦਾ ਨਾਂ ਸੀ ਫਰੈਂਡ ਰਿਚ ਲੰਬਰ ਕੰਪਨੀ। ਫਰੈਂਡ ਰਿਚ ਲੰਬਰ ਕੰਪਨੀ ਦੇ ਵਿੱਚ ਉਹਨਾਂ ਨੇ 7-8 ਸਾਲ ਉਹਨਾਂ ਨੇ ਕੰਮ ਕੀਤਾ ਜੀ। ਮਤਲਬ ਲੰਬਰ ਦਾ ਜਿਹੜਾ ਵੀ ਹੈਗਾ ਕੰਮ ਹੈਗਾ ਉਹਨਾਂ ਨੇ ਗਿਆਨ ਲਿਆ ਸਾਰਾ। ਤਕਰੀਬਨ ਉਹਦੇ ਵਿੱਚ ਜਿਵੇਂ ਆਪਾਂ ਕਹੀਏ ਕਿ ਆਪਣੀ ਬਹੁਤ ਜ਼ਿਆਦਾ ਕਮਿਊਨਿਟੀ ਕੰਮ ਕਰਦੀ ਸੀ ਉਸ ਟਾਈਮ ਦੇ ਵਿੱਚ। ਉਹਨਾਂ ਦੇ ਬ੍ਰਦਰ ਜਿਵੇਂ ਆਪਾਂ ਕਹਿੰਦੇ ਆ ਗਾਨਾ ਸਿੰਘ, ਜਾਂ ਉਹਨਾਂ ਦਾ ਕਜ਼ਨ ਬ੍ਰਦਰ
ਤਕਰੀਬਨ ਕਾਫੀ ਬੰਦੇ ਜਿਹੜੇ ਉਹਨਾਂ ਦੇ ਨਾਲ ਦੇ ਪਰਿਵਾਰਾਂ ਦੇ ਵਿੱਚੋਂ ਸੀ, ਜਾਂ ਕਹਿ ਲਈਏ ਕਿ ਕਜ਼ਨ ਪਰਿਵਾਰਾਂ ਦੇ ਵਿੱਚੋਂ ਸੀ, ਉਹ ਕਾਫੀ ਮਤਲਬ ਇਕੱਠੇ ਹੋ ਕੇ ਕੰਮ ਕਰਦੇ ਸੀ ਉੱਥੇ ਜੀ। ਬਾਕੀ ਆਪਣਾ ਪੰਜਾਬੀ ਭਾਈਚਾਰਾ ਵੀ ਉੱਥੇ ਕੰਮ ਕਰਦਾ ਸੀ। ਸੋ ਜ਼ਿਆਦਾਤਰ ਮਨਪ੍ਰੀਤ ਜਿਹੜੇ ਸੀਗੇ ਆਪਣੇ ਫਿਰ ਇਹਦਾ ਲੋਕ ਆਏ ਹੋਏ ਸੀ ਉਦੋਂ, ਹੁਣ ਵੀ ਮਤਲਬ ਹੁਣ ਤੱਕ ਵੀ ਆਪਾਂ ਸੁਣਦੇ ਆ ਹਨਾ ਕਿ ਲੋਕ ਜ਼ਿਆਦਾ ਲੰਬਰ ਮਿਲ 'ਚ ਕੰਮ ਕਰਦੇ ਆ, ਉਦੋਂ ਸ਼ੁਰੂ ਤੋਂ ਹੀ ਮਤਲਬ ਇਹ ਇਦਾਂ ਹੀ ਚੱਲਦਾ ਹੀ ਆ ਰਿਹਾ ਇਹਦਾ ਮਤਲਬ ਮਨਪ੍ਰੀਤ ਕੰਟੀਨਿਊਸ ਹੈ ਨਾ। ਜਦੋਂ ਵੀ ਬੰਦੇ ਆਉਂਦੇ ਸੀ ਲੰਬਰ ਮਿਲ 'ਚ ਕੰਮ ਕਰਦੇ ਆ, ਜਾਂ ਅੱਜ ਕੱਲ੍ਹ ਸੁਣਦੇ ਆ, ਅੱਜ ਕੱਲ੍ਹ ਵੀ ਸੁਣਦੇ ਆ ਬੀੜੀ ਤੋੜੀ ਜਾਂਦੀ ਆ, ਰਾਈਟ? ਬਿਲਕੁਲ ਸੰਦੀਪ ਜੀ, ਲੰਬਰ ਮਿੱਲਾਂ ਦਾ ਇਤਿਹਾਸ ਰਿਹਾ ਜਦੋਂ ਆਪਾਂ ਪਹਿਲਾਂ ਕੰਮ ਕਰਦੇ ਸੀ, ਕਿਉਂਕਿ BC ਦੇ ਵਿੱਚ ਲੱਕੜ ਤੋਂ ਬਣੀਆਂ ਹੋਈਆਂ ਚੀਜ਼ਾਂ ਦੇ ਲਈ BC ਬਹੁਤ ਮਸ਼ਹੂਰ ਹੈ। ਖਾਸ ਕਰਕੇ ਉਹਦੇ ਵਿੱਚ ਵੈਲੀਜ਼ ਪੈਂਦੀਆਂ ਨੇ, ਕਾਫੀ ਵੈਲੀਜ਼ ਹੈਗੀਆਂ ਨੇ, ਕਿਉਂਕਿ ਬਹੁਤ ਉਤਪਾਦਨ, ਕਿਉਂਕਿ ਜਿਹੜਾ ਪਹਿਲਾਂ ਵੀ ਆਪਾਂ ਗੱਲ ਕਰਦੇ ਹਾਂ ਨਾ ਫਰਾਂਸੀਸੀ ਲੋਕ, ਪਹਿਲਾਂ ਇੱਥੇ ਲੜਾਈ ਵੀ ਜਿਹੜੀ ਹੋਈ ਸੀ ਨਾ ਲੱਕੜ ਨੂੰ ਲੈ ਕੇ ਹੀ ਲੜਾਈ ਹੋਈ ਸੀ, ਇੱਥੇ ਲੜਾਈਆਂ ਹੁੰਦੀਆਂ ਰਹੀਆਂ, ਜਾਂ ਆਪਣਾ ਹੱਕ ਹਕੂਕ ਵੀ ਸਾਡਾ ਇਹ ਖੇਤਰ ਦੇ ਵਿੱਚ ਆਉਂਦਾ। ਫਰਾਂਸੀਸੀ ਲੋਕ ਇੱਥੇ ਆਏ ਪਹਿਲਾਂ, ਉਹਨਾਂ ਨੇ ਕਿਹਾ ਕਿ ਜਿਹੜਾ ਕੈਨੇਡਾ ਹੈਗਾ ਇਹ ਸਾਡੀ ਹੱਦਬੰਦੀ ਦੇ ਵਿੱਚ ਆਉਂਦਾ। ਫਿਰ ਇਹ ਉਸ ਤੋਂ ਬਾਅਦ ਬ੍ਰਿਟਿਸ਼ ਆਏ, ਬ੍ਰਿਟਿਸ਼ ਨੇ ਵੀ ਇਹੀ ਕਿਹਾ ਕਿ ਇੱਥੇ ਇਹ ਜਿਹੜਾ ਹੈਗਾ ਕੈਨੇਡਾ ਇਹ ਸਾਡੀ ਹੱਦਬੰਦੀ ਦੇ ਵਿੱਚ ਆਉਂਦਾ। ਜਿਹੜੀ ਪਹਿਲੀ ਲੜਾਈ ਵੀ ਇੱਥੇ ਹੋਈ ਸੀ, ਜਾਂ ਇੱਥੇ ਆਪਣੇ ਏਕਾਧਿਕਾਰ ਲਈ ਲਾਈਨਾਂ ਖਿੱਚੀਆਂ ਗਈਆਂ, ਬਾਰਡਰ ਬਣਾਏ ਗਏ ਸੀ, ਉਹ ਵੀ ਲੱਕੜ ਦੇ ਲਈ ਜਾਂ ਲੰਬਰ ਦੇ ਲਈ ਹੀ ਲੜਾਈ ਹੋਈ ਸੀਗੀ। ਕਿਉਂਕਿ ਇੱਥੇ ਦੀ ਜਿਹੜੀ ਲੱਕੜ ਹੈਗੀ ਹੈ, ਜੋ ਕਿ ਆਪਾਂ ਆਮ ਦੇਖਦੇ ਹਾਂ ਸੰਦੀਪ ਜੀ, ਕਈ ਪੁਰਾਣੇ ਖੰਭੇ, ਬਿਜਲੀ ਦੇ ਖੰਭੇ ਹਜੇ ਵੀ ਤੁਹਾਨੂੰ ਇੱਥੇ ਮਿਲ ਜਾਂਦੇ ਨੇ, ਇਵਨ GTA ਏਰੀਆ ਦੇ ਵਿੱਚ ਵੀ ਮਿਲ ਜਾਂਦੇ ਨੇ, ਕਿ ਉਹ ਉਸੇ ਤਰ੍ਹਾਂ ਖੜੇ ਆ। ਉਹ ਉਹਨਾਂ ਨੂੰ ਬਹੁਤ ਸਾਲ ਹੋ ਗਏ, ਮੇਰੇ ਹਿਸਾਬ ਨਾਲ ਮੇਰੇ ਆਉਣ ਤੋਂ ਪਹਿਲਾਂ ਜਾਂ ਤੁਹਾਡੇ ਆਉਣ ਤੋਂ ਵੀ ਪਹਿਲਾਂ ਦੇ ਹੋਣਗੇ ਉਹ ਜੀ। ਉਹ ਉਸੇ ਤਰ੍ਹਾਂ ਹੀ 100 ਫੁੱਟ 50 ਫੁੱਟ ਦੇ ਆਰਾਮ ਨਾਲ ਉਸੇ ਤਰ੍ਹਾਂ ਹੀ ਖੜੇ ਆ। ਮਨਪ੍ਰੀਤ ਇੱਕ ਮਿੰਟ ਹੋਲਡ ਰੱਖਿਓ, ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂ। ਇੱਕ ਕਾਲਰ ਆ ਰਹੀ ਆ, ਵੀ ਪਤਾ ਨਹੀਂ ਕੋਈ ਗੜਬੜ ਨਾ ਹੋਵੇ, ਆਪਾਂ ਪੁੱਛੀਏ ਉਹਨਾਂ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਨਾਬ। ਅਸੀਂ ਨਾ ਤੁਸੀਂ ਪੰਜਾਬ ਗੁਰਬਾਣੀ ਤੁਹਾਡੀ ਹੈ? ਨਹੀਂ, ਗੁਰਬਾਣੀ ਪ੍ਰੋਗਰਾਮ ਇੱਕ ਵੱਖਰਾ ਚੱਲ ਰਿਹਾ ਜੀ ਇਸ ਟਾਈਮ। ਇਹ ਪ੍ਰੋਗਰਾਮ ਸਾਡੇ ਲਾਈਵ ਚੱਲ ਰਿਹਾ ਜੀ ਪੰਜਾਬ TV ਤੇ ਜਿਹੜਾ। ਨਹੀਂ ਉਹ ਠੀਕ ਹੈ ਤੁਹਾਡਾ ਲਾਈਵ, ਲੇਕਿਨ ਗੁਰਬਾਣੀ ਦੇ ਪਿਛਲੇ 5 ਦਿਨ ਤੋਂ ਸਾਊਂਡ ਨਹੀਂ ਆ ਰਹੀ। ਉਹ ਮੈਂ ਕਥਾ ਸੁਣਦਾ ਹੁੰਦਾ ਪਤਿੰਦਰਪਾਲ ਸਿੰਘ ਜੀ। ਠੀਕ ਹੈ ਵੀਰ ਜੀ, ਕੋਈ ਗੱਲ ਨਹੀਂ, ਤੁਹਾਡਾ ਮੈਸੇਜ ਪਹੁੰਚ ਗਿਆ, ਚੈੱਕ ਕਰਵਾ ਦੇਣੇ ਵੀਰ ਜੀ। ਠੀਕ ਹੈ, ਥੈਂਕ ਯੂ, ਬਹੁਤ ਮਿਹਰਬਾਨੀ ਜੀ ਮਨਪ੍ਰੀਤ। ਸੰਦੀਪ ਜੀ ਮੈਨੂੰ ਸੁਣਿਆ ਨਹੀਂਗਾ ਕੀ ਕਿਹਾ ਹੈਗਾ ਕਾਲਰ ਨੇ। ਨਹੀਂ ਮਨਪ੍ਰੀਤ, ਉਹ ਨਾ ਪ੍ਰੋਗਰਾਮ ਗੁਰਬਾਣੀ ਪੰਜਾਬ ਤੇ ਚੱਲ ਰਿਹਾ, ਉਹਦੀ ਆਵਾਜ਼ ਨਹੀਂ ਆ ਰਹੀ, ਕਹਿੰਦੇ ਉਹ ਪਲੀਜ਼ ਚੈੱਕ ਕਰਾਉਣ ਲਈ ਕਾਲ ਆਈ ਸੀਗੀ। ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਮਨਪ੍ਰੀਤ? ਹਾਂਜੀ ਹੁਣ ਸੰਦੀਪ ਜੀ ਸੁਣ ਰਹੀ ਹੈ ਜੀ। ਮਨਪ੍ਰੀਤ, ਉਹ ਰਿਲੇਟਡ ਹੁਣ ਗੁਰਬਾਣੀ ਚੈਨਲ ਚੱਲਦਾ ਜਿਹੜਾ ਪੰਜਾਬ ਦਾ, ਉਹਦੇ ਬਾਰੇ ਸਵਾਲ ਸੀਗਾ ਮੈਨੂੰ ਸੀ, ਸ਼ਾਇਦ ਕਿ ਆਵਾਜ਼ ਆਪਣੀ ਵਿੱਚ ਕੋਈ ਗੜਬੜ ਨਾ ਹੁੰਦੀ ਹੋਵੇ, ਤਾਂ ਕਰਕੇ ਮੈਨੂੰ ਸੀ ਵਿੱਚ ਮਿਡਲ ਦੇ ਕਾਲ ਲੈ ਲਈਏ, ਕਿਉਂਕਿ ਜਿਹੜਾ ਆਪਣਾ ਇਹ ਵਿਸ਼ਾ ਹੈਗਾ ਕਾਫੀ ਇੰਟਰਸਟਿੰਗ ਹੈਗਾ ਜੀ ਵੀਰ। ਬਿਲਕੁਲ ਜੀ, ਤੇ ਇਹਦੇ ਵਿੱਚ ਹੀ ਜਿਵੇਂ ਹੁਣ ਮੈਂ ਰੋਡ ਤੋਂ ਪਰਲੇ ਪਾਸੇ ਦੇਖ ਰਿਹਾ ਸੀ ਸੰਦੀਪ ਜੀ, ਵੈਸੇ ਮੇਰੀ ਅਚਾਨਕ ਨਿਗਾਹ ਗਈ, ਉੱਥੇ ਵੀ ਲੱਕੜ ਦਾ ਹੀ ਖੰਭਾ ਲੱਗਾ ਹੋਇਆ ਹੈਗਾ ਸਾਹਮਣੇ ਵੀ, ਮੇਨ ਰੋਡ ਦੇ ਉੱਤੇ। ਮੈਂ ਇਸ ਟਾਈਮ ਆਫਿਸ ਦੇ ਵਿੱਚ ਹੀ ਬੈਠਾ ਜੀ, ਤੇ ਇਸ ਕਰਕੇ ਕਹਿਣ ਦਾ ਭਾਵ ਇਹੀ ਹੈ ਕਿ ਇੱਥੇ ਦੀ ਜਿਹੜੀ ਲੰਬਰ ਹੈਗੀ ਆ ਜਾਂ ਲੱਕੜ ਹੈਗੀ ਆ ਬਹੁਤ ਮਸ਼ਹੂਰ ਹੈ ਜੀ, ਤੇ ਬਹੁਤ ਚੰਗੀ ਲੱਕੜ ਪਾਈ ਜਾਂਦੀ ਹੈ। ਤੇ ਉਸੇ ਕਰਕੇ ਜਿਹੜੀ ਆਪਾਂ ਪਹਿਲਾਂ ਦੇ ਵਿੱਚ ਜਿੰਨੇ ਵੀ ਆਪਣੇ ਪਹਿਲੇ ਪਹਿਲ ਦੇ ਵਿੱਚ ਇੱਥੇ ਬੰਦੇ ਆਏ, ਤਾਂ ਉਹ ਲੰਬਰ ਮਿੱਲਾਂ ਦੇ ਵਿੱਚ ਹੀ ਕੰਮ ਕਰਦੇ ਸੀ ਜ਼ਿਆਦਾ ਜੀ। ਸੰਦੀਪ ਜੀ ਮਨਪ੍ਰੀਤ ਬਿਲਕੁਲ ਠੀਕ ਆ ਰਹੀ ਆਵਾਜ਼ ਤੁਹਾਨੂੰ, ਮੈਨੂੰ ਲੱਗਦਾ ਤੁਹਾਡੇ ਵਾਲੀ ਸਾਈਡ ਤੋਂ ਲੱਗ ਰਿਹਾ ਕਿ ਸ਼ਾਇਦ ਸਟਕ ਹੋ ਰਹੀ ਹੈ, ਪਰ ਬਿਲਕੁਲ ਆਵਾਜ਼ ਸਟਕ ਨਹੀਂ ਹੋ ਰਹੀ। ਮੈਂ ਤੁਹਾਨੂੰ ਰੋਕ ਲੂੰਗਾ ਜਦੋਂ ਲੱਗਦਾ ਹੋਇਆ। ਚਲੋ ਓਕੇ, ਚਲੋ ਠੀਕ ਹੈ ਜੀ, ਓਕੇ, ਨੋ ਪ੍ਰੋਬਲਮ ਜੀ। ਇਹਦੇ ਵਿੱਚ ਜਿਹੜੇ ਮਾਇਓ ਸਿੰਘ ਸੀਗੇ, ਜਿਵੇਂ ਆਪਾਂ ਗੱਲ ਕਰੀਏ ਕਿ 1888 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜੀ। ਇਹ ਆਪਣੇ ਇਹਨਾਂ ਦੀ ਆ ਕੇ ਜਿਹੜਾ ਜੌਬ ਕੀਤੀ ਪਹਿਲਾਂ, ਜਿਹੜੀ ਆਪਾਂ ਕਹੀ ਹੈਗੀ ਰੇਲਵੇ ਦੇ ਵਿੱਚ, ਤੇ ਸੈਨ ਫਰਾਂਸਿਸਕੋ ਆ ਕੇ ਉਤਰੇ ਸੀਗੇ। ਉਸ ਤੋਂ ਬਾਅਦ ਇਹ ਫਰੈਂਡ ਰਿਜ ਲੰਬਰ ਕੰਪਨੀ ਜਿਹੜੀ ਉਰੇ ਸੀਗੀ, ਉਹਦੇ ਵਿੱਚ ਆ ਕੇ ਇਹਨਾਂ ਨੇ ਜੌਬ ਕਰਨੀ ਸ਼ੁਰੂ ਕਰੀ ਜੀ। ਉਸ ਤੋਂ ਬਾਅਦ ਇਹਨਾਂ ਨੇ 7-8 ਸਾਲ ਇੱਥੇ ਕੰਮ ਕੀਤਾ। ਫਿਰ ਇਹ ਕੀ ਕਰਦੇ ਆ ਕਿ ਉਹ ਜਿਹੜੀ ਫਰੈਂਡ ਰਿਜ ਲੰਬਰ ਕੰਪਨੀ ਸੀ, ਇੱਕ ਤਰ੍ਹਾਂ ਨਾਲ ਉਹਦਾ ਕੰਮ ਬੰਦ ਹੋ ਜਾਂਦਾ, ਤੇ ਉਹਦਾ ਜਿਹੜਾ ਓਨਰ ਸੀਗਾ ਉਹ ਬਜ਼ੁਰਗ ਓਨਰ ਸੀਗਾ, ਤੇ ਉਹਨੇ ਕਿਹਾ ਵੀ ਤੁਸੀਂ ਸਾਰੇ ਬੰਦੇ ਜਿੰਨੇ ਵੀ ਕੰਮ ਕਰਦੇ ਸੀਗੇ ਵੀ ਸਾਰੇ ਸ਼ੇਅਰਬੰਦੀ ਕਰਕੇ ਪੈਸੇ ਕਰਕੇ ਵੀ ਤੁਸੀਂ ਇਹ ਮਿਲ ਜਿਹੜੀ ਹੈਗੀ ਆ ਤੁਸੀਂ ਲੈ ਲਓ। ਇਹਨਾਂ ਨੇ ਕਿਵੇਂ ਕਰਕੇ ਸਾਰਿਆਂ ਨੇ ਇਕੱਠੇ ਕਰਕੇ ਕਿਸੇ ਨੇ ਵੱਧ ਸ਼ੇਅਰ ਪਾਇਆ। ਜਿਹੜਾ ਮਾਇਓ ਸਿੰਘ ਸੀਗਾ ਉਹਦੇ ਕੋਲ ਵੱਧ ਪੈਸੇ ਸੀ, ਕਿਉਂਕਿ ਇਹ ਕਾਫੀ ਇਕੱਠੇ ਬ੍ਰਦਰ ਸੀਗੇ। ਮਾਇਓ ਸਿੰਘ ਹੋ ਗਿਆ,
ਜਾਂ ਗਾਨਾ ਸਿੰਘ ਹੋ ਗਿਆ ਜਾਂ ਇਹਨਾਂ ਦੇ ਕਜ਼ਨ ਬ੍ਰਦਰ ਜੀ। ਤੇ ਮਾਇਓ ਸਿੰਘ ਜਿਹੜਾ ਸੀਗਾ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਹੁੰਦੇ ਨਾ ਉਦਮੀ ਜਾਂ ਅਗਾਊਂ ਸੋਚਣ ਵਾਲਾ ਬੰਦਾ ਸੀਗਾ, ਜਿਵੇਂ ਆਪਣੇ ਬਿਜ਼ਨਸਮੈਨ ਹੁੰਦੇ ਨਾ, ਉਹ ਬਿਜ਼ਨਸ ਟਾਈਪ ਦਾ ਮਾਈਂਡ ਦਾ ਬੰਦਾ ਸੀ ਜੀ। ਇਹਨੇ ਸਾਰਿਆਂ ਨੂੰ ਇੱਕ ਲੀਡ ਕਰਿਆ ਉਹਦੇ ਵਿੱਚ ਜੀ, ਆਪਣੇ ਲੀਡ ਕਰਿਆ ਇਹਨਾਂ ਨੇ ਸ਼ਾਅ ਮਿਲ ਲੈਂਡ ਦੇ ਲਈ, ਜਿਹੜੀ ਲੰਬਰ ਮਿਲ ਸੀ ਉਹਨੂੰ ਵੀ ਆਪਾਂ ਖਰੀਦ ਲੈਂਦੇ ਆ, ਕਿਉਂਕਿ ਉਹਨੂੰ ਵੀ ਇਹ ਜੇ ਅਸੀਂ ਨਹੀਂ ਖਰੀਦਾਂਗੇ ਕੋਈ ਹੋਰ ਬੰਦਾ ਖਰੀਦ ਲੂਗਾ ਜੀ। ਫਿਰ ਇਸ ਤੋਂ ਬਾਅਦ ਜਿਹੜੀ ਫਰੈਂਡ ਰਿਜ ਲੰਬਰ ਕੰਪਨੀ ਹੈਗੀ ਆ, ਇਹਨੂੰ ਮਾਇਓ ਲੰਬਰ ਮਿਲ ਦੇ ਨਾਂ ਤੇ ਜਾਣਿਆ ਜਾਂਦਾ ਹੈ ਜੀ। ਸੋ ਮਨਪ੍ਰੀਤ ਜਿਹੜਾ ਮਤਲਬ ਜਦੋਂ ਇਹਨਾਂ ਨੇ ਖਰੀਦ ਲਈ ਉਦੋਂ ਫਿਰ ਇਹਦਾ ਨਾਮ ਚੇਂਜ ਕਰਕੇ ਕਰਤਾ ਸੀ, ਉਸ ਸਮੇਂ 'ਚ ਹੀ ਕਰਤਾ ਸੀ ਕਿ ਕੋਈ ਟਾਈਮ ਲੱਗਾ ਜਦੋਂ ਇਹਨਾਂ ਨੇ ਬਾਈ ਕਰ ਲਈ, ਬਾਈ ਆਊਟ ਕਰ ਲਈ ਮਾਇਓ, ਉਸ ਤੋਂ ਬਾਅਦ ਨਾਮ ਸਿੱਧਾ ਹੀ ਮਾਇਓ ਲੰਬਰ ਕੰਪਨੀ ਬਣ ਗਿਆ ਸੀ ਕਿ ਕੁਝ ਹੋਰ ਸੀ? ਕੁਛ ਹੈ ਇਤਿਹਾਸ ਯਾਦ? ਪਹਿਲਾਂ ਇਹਦਾ ਜਿਹੜਾ ਨਾਮ ਸੀਗਾ ਮਾਇਓ ਬ੍ਰਦਰ ਕੰਪਨੀ ਰੱਖਿਆ ਗਿਆ ਸੀਗਾ। ਓਕੇ, ਠੀਕ ਹੈ। ਕਿਉਂਕਿ ਇਹਦੇ ਵਿੱਚ ਜਿਵੇਂ ਮਲਕੀਅਤ ਜ਼ਿਆਦਾ, ਇਹਦੇ ਵਿੱਚ ਸ਼ੇਅਰ ਦੀ ਜਿਹੜੀ ਮਲਕੀਅਤ ਸੀਗੀ ਉਹ ਮਾਇਓ ਤੇ ਉਹਨਾਂ ਦੇ ਬ੍ਰਦਰ ਕਜ਼ਨ ਬ੍ਰਦਰ ਦੇ ਨਾਂ ਤੇ ਸੀਗੀ। ਠੀਕ ਹੈ। ਮਾਇਓ ਐਜ਼ ਏ ਉਹਨਾਂ ਨੂੰ ਲੀਡ ਕਰਦਾ ਸੀ, ਐਜ਼ ਏ ਲੀਡਰ, ਕਿਉਂਕਿ ਜ਼ਿਆਦਾ ਹੁਣ ਆਪਣੇ ਜਿਵੇਂ ਕੋਈ ਵੀ ਬੰਦਾ ਕਰ ਰਿਹਾ ਕਿ ਆਪਣਾ ਇੱਕ ਪਰਿਵਾਰ ਦੇ ਵਿੱਚੋਂ ਕਈ ਵਾਰ ਹੁੰਨੇ ਆ ਜੀ, ਸਾਰਿਆਂ ਦਾ ਦਿਮਾਗ ਉਹਨਾਂ ਨਹੀਂ ਹੁੰਦਾ, ਸਾਰੇ ਉਹਨਾਂ ਲੀਡਿੰਗ ਪਾਵਰ ਨਹੀਂ ਰੱਖਦੇ ਹੈਗੇ ਜੀ, ਜਾਂ ਆਪਾਂ ਕਹਿ ਦਿੰਦੇ ਆ ਕਿ ਡਿਸੀਜਨ ਮੇਕਿੰਗ ਪਾਵਰ, ਕਿਉਂਕਿ ਬਿਜ਼ਨਸ ਦੇ ਵਿੱਚ ਸੰਦੀਪ ਜੀ ਤੁਹਾਨੂੰ ਵੀ ਪਤਾ ਕਿ ਡਿਸੀਜਨ ਮੇਕਿੰਗ ਪਾਵਰ ਸਭ ਤੋਂ ਮਹੱਤਵਪੂਰਨ ਹੈ। ਬਿਲਕੁਲ ਸਹੀ ਗੱਲ ਹੈ, ਸਭ ਤੋਂ ਵੱਧ ਇੰਪੋਰਟੈਂਟ। ਜਿਹੜੇ ਵਿਅਕਤੀ ਦੇ ਵਿੱਚ ਡਿਸੀਜਨ ਮੇਕਿੰਗ ਪਾਵਰ ਹੋਊਗੀ ਉਹਦੇ ਨਾਲ ਫਿਰ ਬਾਕੀ ਪਰਿਵਾਰ ਚੱਲਦਾ ਹੈਗਾ। ਤੇ ਮਾਇਓ ਦੇ ਵਿੱਚ ਵੀ, ਮਾਇਓ ਸਿੰਘ ਮਨਹਾਸ ਦੇ ਵਿੱਚ ਵੀ ਡਿਸੀਜਨ ਮੇਕਿੰਗ ਪਾਵਰ ਬਹੁਤ ਸਟਰੋਂਗ ਸੀ, ਜਿਨ੍ਹਾਂ ਨੇ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਕਿ ਆਪਾਂ ਇਹ ਫਰੈਂਡ ਰਿਜ ਜਿਹੜੀ ਲੰਬਰ ਕੰਪਨੀ ਹੈਗੀ ਹੈ ਇਹ ਆਪਾਂ ਖਰੀਦਦੇ ਆ ਤੇ ਖਰੀਦ ਕੇ ਆਪਾਂ ਇਹਦਾ ਕੰਮ ਚਲਾਈਏ। ਵੈਰੀ ਗੁੱਡ। ਇਹਦਾ ਜਦੋਂ ਇਹਨਾਂ ਨੇ ਖਰੀਦੀ, ਇਹਦਾ ਨਾਮ ਮਾਇਓ ਬ੍ਰਦਰ ਟਿੰਬਰ ਕੰਪਨੀ, ਲੱਕੜ ਕੰਪਨੀ ਰੱਖਿਆ ਗਿਆ ਜੀ। 1916 ਵਿੱਚ ਉਹ ਲੱਕੜ ਦਾ ਵਧੀਆ ਸਰੋਤ ਇੱਕ ਤਰ੍ਹਾਂ ਨਾਲ ਸੀ ਤੇ ਉਹਨਾਂ ਨੇ ਇਹਨੂੰ ਕੋਸ਼ਿਸ਼ ਕਰਿਆ ਵੀ ਇਹ ਜਿਹੜੀ ਫਰੰਟ ਰਿਜ ਲੰਬਰ ਮਿਲ ਦੇ ਬੰਦ ਹੋਣ ਦਾ ਕਾਰਨ ਕੀ ਹੈ। ਬੰਦ ਹੋਣ ਦਾ ਕਾਰਨ ਇਹ ਸੀਗਾ ਕਿ ਉਹ ਜਿੱਥੇ ਉਹ ਮਿਲ ਸਥਾਪਿਤ ਸੀ ਢੋਆ-ਢੁਆਈ ਦੇ ਵਿੱਚ, ਟਰਾਂਸਪੋਰਟ ਦੇ ਵਿੱਚ ਪਹਿਲਾਂ ਦੂਰੋਂ ਲੱਕੜ ਲਿਆਉਣੀ ਪੈਂਦੀ ਸੀ, ਉਸ ਤੋਂ ਬਾਅਦ ਆਲੇ ਦੁਆਲੇ ਕਿਤੇ ਵੀ ਲੱਕੜ ਨਹੀਂ ਸੀ। ਫਿਰ ਇਹਨਾਂ ਨੇ ਕੋਸ਼ਿਸ਼ ਕੀਤਾ ਕਿ ਕੋਵਿਚਨ ਵੈਲੀ, ਜਿਹੜੀ ਕੋਵਿਚਨ ਵੈਲੀ ਇੱਕ ਤਰ੍ਹਾਂ ਨਾਲ ਜਗ੍ਹਾ ਦਾ ਨਾਮ ਆ ਜਿਹੜੀ ਮਾਇਓ ਨੇ ਭਾਲ ਕੀਤੀ ਉਹਦੀ ਜੀ। ਕੋਵਿਚਨ ਵੈਲੀ ਦੇ ਵਿੱਚ ਜਾਣ ਦਾ ਕਾਰਨ ਕੀ ਸੀ ਕਿ ਉੱਥੇ ਆਲੇ ਦੁਆਲੇ ਬਹੁਤ ਲੱਕੜ ਸੀ ਤੇ ਕੋਲ ਹੀ ਉੱਥੇ ਟਰਾਂਸਪੋਰਟ ਦਾ ਸਾਧਨ ਜਿਵੇਂ ਆਪਣਾ ਰੇਲਵੇ ਦੀ ਨੇੜਤਾ ਕਰਕੇ ਢੋਆ-ਢੁਆਈ ਬਹੁਤ ਸੌਖੀ ਸੀ। ਜੇ ਕਿਤੇ ਤੁਸੀਂ ਮਾਲ ਭੇਜਣਾ ਹੈਗਾ ਜਾਂ ਕੋਈ ਕੱਚਾ ਮਾਲ ਆਉਣਾ ਹੈਗਾ ਤਾਂ ਬਹੁਤ ਆਸਾਨੀ ਸੀ, ਉਹਦੇ ਨਾਲ ਬਹੁਤ ਸਾਰਾ ਪੈਸਾ ਬਣਦਾ ਸੀ ਜੀ। ਮਾਇਓ ਬ੍ਰਦਰ ਟਿੰਬਰ ਕੰਪਨੀ ਦੇ ਖੜੇ ਹੋਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ। ਜਿਵੇਂ ਆਪਾਂ ਆਮ ਕਹਿ ਲਈਏ ਨਾ, ਕਿਉਂਕਿ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ, ਜ਼ਿਆਦਾ ਕੰਪਨੀਆਂ ਹੁੰਦੀਆਂ ਨੇ, ਜ਼ਿਆਦਾ ਉਹ ਕੋਸ਼ਿਸ਼ ਕਰਦੀਆਂ ਨੇ ਕਿ ਹਾਈਵੇ ਦੇ ਆਪਾਂ ਨੂੰ ਨੇੜੇ ਜਗ੍ਹਾ ਮਿਲ ਜਾਵੇ। ਇਹ ਉਸੇ ਵਰਗਾ ਹੀ ਸੀ, ਮਤਲਬ ਉਹਨਾਂ ਨੇ ਇੱਕ ਤਾਂ ਕੱਚਾ ਮਾਲ ਲੱਭਿਆ ਵੀ ਕਿੱਥੇ ਆਪਾਂ ਨੂੰ ਟੰਬਰ ਕਿੱਥੇ ਮਿਲ ਸਕਦੀ ਹੈ, ਕਿੱਥੇ ਲੰਬਰ ਦਾ ਆਪਾਂ ਨੂੰ ਦਰਖਤ ਮਿਲ ਸਕਦੇ ਆ ਨੇੜੇ, ਹਨਾ। ਤੇ ਇੱਕ ਉਹਨਾਂ ਨੇ ਕਿਹਾ ਕਿ ਆਪਾਂ ਜਿਹੜੀ ਢੋਆ-ਢੁਆਈ ਕਰ ਸਕੀਏ ਵੀ ਕਿੱਥੇ ਆਪਾਂ ਨੂੰ ਆਸਾਨੀ ਨਾਲ ਆਪਣਾ ਹੋ ਸਕਦਾ। ਜੀ ਜੀ ਬਿਲਕੁਲ। ਇਹਦੇ ਵਿੱਚ ਜਗ੍ਹਾ ਦੀ ਜਿਹੜੀ ਭਾਲ ਕੀਤੀ ਉਹ ਕੋਵਿਚਨ ਵੈਲੀ ਸੀ ਤੇ ਉਸਨੇ ਬਾਅਦ ਚੋਂ ਉਸੇ ਜਗ੍ਹਾ ਨੇ ਪਾਲ ਦੀ ਨਾਂ ਲੈ ਲਿਆ, ਇਸੇ ਜਗ੍ਹਾ ਨੇ ਪਾਲ ਦੀ ਦਾ ਨਾਂ ਲੈ ਲਿਆ ਕਿਉਂਕਿ ਇੱਥੇ ਅਸੀਮਤ ਲੱਕੜ, ਰੇਲਵੇ ਦੀ ਨੇੜਤਾ ਤੇ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਵਾਤਾਵਰਣ ਸੀ ਜਿਹੜਾ ਪਾਲ ਦੀ ਕਮਿਊਨਿਟੀ ਨੂੰ ਸਭ ਤੋਂ ਮਹੱਤਵਪੂਰਨ ਬਣਾਉਂਦਾ ਹੈ। ਪਰ ਇਹ ਕੋਈ ਸੌਖਾ ਨਹੀਂ ਸੀ। ਪਹਿਲੇ ਸਾਲ ਦੇ ਵਿੱਚ ਮਿੱਲ ਵਿੱਚ ਕਈ ਅੱਗਾਂ, ਭਿਆਨਕ ਜੰਗਲੀ ਅੱਗਾਂ ਲੱਗੀਆਂ ਜਿਨ੍ਹਾਂ ਦਾ ਇਹਨਾਂ ਨੇ ਡਟ ਕੇ ਸਾਹਮਣਾ ਕੀਤਾ। ਆਸਾਨ ਨਹੀਂ ਸੀ। ਪਹਿਲੇ ਸਾਲ ਦੇ ਵਿੱਚ ਕਾਫੀ ਜਦੋਜਹਿਦ ਇਹਨਾਂ ਨੂੰ ਕਰਨੀ ਪਈ ਜੀ। ਅਸਲ ਵਿੱਚ ਕੰਪਨੀ ਨੂੰ ਮਾਇਓ ਬ੍ਰਦਰ ਟਿੰਬਰ ਕੰਪਨੀ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਜਦੋਂ ਮਾਇਓ ਇਕੱਲਾ ਮਾਲਕ ਬਣ ਗਿਆ ਤਾਂ ਇਸ ਨੂੰ ਮਾਇਓ ਟਿੰਬਰ ਕੰਪਨੀ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਇੱਕ ਛੋਟੀ ਜਿਹੀ ਕਮਿਊਨਿਟੀ ਜਿਸ ਨੂੰ ਪਹਿਲਾਂ ਮਾਇਓ ਕਿਹਾ ਜਾਂਦਾ ਸੀ, ਇੱਕ ਗੁਰਦੁਆਰਾ
ਇੱਕ ਸਕੂਲ, ਕੰਪਨੀ ਸਟੋਰ, ਡਾਕਘਰ ਅਤੇ ਇੱਕ ਜੈਪਨੀਜ਼ ਮੰਦਰ ਵੀ ਇਸ ਕਮਿਊਨਿਟੀ ਦੇ ਵਿੱਚ ਨਾਲ ਲੱਗਦਾ ਸੀ। ਇਹ ਮਤਲਬ ਇਹ ਜਿਹੜਾ ਵੀ ਹੈਗਾ ਇਹ ਮਾਇਓ ਕਮਿਊਨਿਟੀ ਦੇ ਵਿੱਚ ਬਣਾਇਆ ਗਿਆ ਇੱਕ ਤਰ੍ਹਾਂ ਨਾਲ ਆਪਣਾ ਗੁਰਦੁਆਰਾ ਸਾਹਿਬ, ਇੱਕ ਸਕੂਲ ਤੇ ਡਿਪਾਰਟਮੈਂਟਲ ਸਟੋਰ। ਇਹਦੇ ਵਿੱਚ ਇਹ ਵੀ ਸੀਗਾ ਕਿ ਕਈ ਆਪਣੇ ਅਲੱਗ-ਅਲੱਗ ਜਗ੍ਹਾ ਤੋਂ ਗਰੋਸਰੀ ਆਉਂਦੀ ਸੀ ਆਪਣੇ ਸੰਦੀਪ ਜੀ। ਕਈ ਵਾਰ ਜਿਹੜਾ ਇੱਕ ਵੀਕ ਦੇ ਵਿੱਚ ਟਰੱਕ ਆਉਂਦਾ ਸੀ ਜੈਪਨੀਜ਼ ਫੂਡ ਲਈ, ਟਰੱਕ ਆਉਂਦਾ ਸੀਗਾ ਚਾਈਨੀਜ਼ ਫੂਡ ਲਈ, ਜਾਂ ਆਪਣੇ ਜਿਹੜੇ ਭਾਰਤ ਦੀ ਗਰੋਸਰੀ ਸੀਗੀ ਨਾ, ਇੰਡੀਅਨ ਗਰੋਸਰੀ, ਇਹਦੇ ਲਈ ਵੀ ਇੱਕ ਤਰ੍ਹਾਂ ਦਾ ਟਰੱਕ ਇਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਇੱਕ ਵਿਉਂਤ ਬਣਾਈ, ਇੱਕ ਪਲੈਨਿੰਗ ਕੀਤੀ ਵੀ ਇਹ ਸਾਰੀਆਂ ਕਮਿਊਨਿਟੀਆਂ ਇੱਥੇ ਰਹਿ ਸਕਣ। ਜੀ ਸੋ ਮਨਪ੍ਰੀਤ, ਜਿੱਦਾਂ ਅੱਜ ਕੱਲ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਤੇ ਉੱਥੇ ਇੱਕ ਟਰੱਕ ਆਉਂਦਾ ਹੁੰਦਾ ਕਾਫੀ ਵਾਲਾ ਵੱਖਰੇ ਹੈ ਨਾ। ਸੋ ਇਹਦਾ ਮਤਲਬ ਇਸ ਤਰ੍ਹਾਂ ਹੀ ਹੁੰਦਾ ਸੀਗਾ ਕਿ ਸਟੋਰ ਖੋਲਣ ਦੀ ਬਜਾਏ ਕਿਉਂ ਨਾ ਵੀਕ ਦੇ ਵਿੱਚ ਜਾਂ ਮੰਥ ਦੇ ਵਿੱਚ ਇੱਕ ਟਰੱਕ ਦੇ ਉੱਪਰ ਉਹ ਗਰੋਸਰੀ ਲੈ ਕੇ ਜਿਹੜੇ ਇਲਾਕਿਆਂ ਦੇ ਵਿੱਚ ਲੋਕ ਰਹਿ ਰਹੇ ਸੀ ਉਹਨਾਂ ਨੂੰ ਉਹ ਡਿਲੀਵਰ ਕਰ ਦਿੰਦੇ ਸੀ। ਹੈ ਇਹਦੇ ਵਿੱਚ ਐਂ ਸੀਗਾ ਸੰਦੀਪ ਜੀ, ਜਿਹੜਾ ਹੈਗਾ ਕਿ ਇਹ ਜਿਹੜੀ ਜਗ੍ਹਾ ਸੀ ਕੋਵਿਚਨ ਵੈਲੀ, ਇਹ ਬਿਲਕੁਲ ਨਵੀਂ ਸੀ ਜੀ। ਇਹ ਮਾਇਓ ਲੰਬਰ ਮਿਲ ਜਦੋਂ ਇੱਥੇ ਬਣੀ ਆ, ਫਿਰ ਇਹ ਆਲੇ ਦੁਆਲੇ ਕਮਿਊਨਿਟੀ ਬਣੀ ਆ। ਜਿਵੇਂ ਆਪਾਂ ਅੱਜ ਕੱਲ ਦਿਖਦੇ ਨਹੀਂ ਕਿ ਨਵੇਂ ਘਰ ਬਣਦੇ ਆ ਜੀ, ਉਹਨਾਂ ਦੇ ਵਿੱਚ ਪਾਰਕ ਬਣਦਾ, ਸਕੂਲ ਬਣਦਾ, ਉਹ ਬਿਲਕੁਲ ਉਸੇ ਤਰ੍ਹਾਂ ਦੀ ਪਲੈਨਿੰਗ ਸੀ। ਇੱਥੇ ਵਿੱਚ ਪਹਿਲਾਂ ਲੰਬਰ ਫੈਕਟਰੀ ਬਣਦੀ ਹੈ, ਜਿਹੜੀ ਲੰਬਰ ਮਿਲ ਲੱਗਦੀ ਹੈ, ਉਸ ਲਈ ਕੰਮ ਦੇ ਲਈ ਹੁੰਦਾ। ਫਿਰ ਉੱਥੇ ਆਲੇ ਦੁਆਲੇ ਉਹਨਾਂ ਨੇ ਬੰਕਰ ਹਾਊਸ ਵੀ ਬਣਾਏ, ਉੱਥੇ ਆਪਣੇ ਜਿਹੜੇ ਵਰਕਰ ਸੀ ਉਹਨਾਂ ਦੇ ਰਹਿਣ ਲਈ ਬੰਕਰ ਹਾਊਸ ਬਣੇ, ਜਾਂ ਕਈਆਂ ਨੇ ਆਪਦੇ ਫਿਰ ਹੌਲੀ ਘਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਉਸੇ ਜਗ੍ਹਾ ਤੇ ਸਿੱਖਾਂ ਨੇ ਜਿਹੜਾ ਗੁਰਦੁਆਰਾ ਬਣਾਇਆ, ਜੈਪਨੀਜ਼ ਨੇ ਆਪਣਾ ਮੰਦਿਰ ਬਣਾਇਆ, ਤੇ ਨਾਲ ਹੀ ਉੱਥੇ ਇੱਕ ਸਕੂਲ ਬਣਾਇਆ ਗਿਆ ਜਿਹਦੇ ਸਾਰੇ ਕਮਿਊਨਿਟੀ ਦੇ ਵਿੱਚ ਹੀ ਜੈਪਨੀਜ਼, ਵਿੱਚ ਹੀ ਚਾਈਨੀਜ਼, ਵਿੱਚ ਹੀ ਵਾਈਟ, ਵਿੱਚ ਹੀ ਆਪਣੇ ਪੰਜਾਬੀ ਕਮਿਊਨਿਟੀ ਤੋਂ ਜਾਂ ਭਾਰਤੀ ਕਮਿਊਨਿਟੀ ਤੋਂ ਜਿਹੜੇ ਬੱਚੇ ਸੀਗੇ ਉਹ ਇਕੱਠੇ ਪੜ੍ਹਦੇ ਸੀਗੇ ਉਸ ਟਾਈਮ ਦੇ ਵਿੱਚ। ਜੀ 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 ਬਿਲਕੁਲ। ਹਿੰਮਤ ਜੀ ਆ ਦਿਖਾ ਰਹੇ ਆਪਣੇ ਲੰਬਰ ਮਿਲਦੀਆਂ ਜਿਹੜੀਆਂ ਪਿਕਚਰ ਹੈਗੀਆਂ ਨੇ। ਇਹਦੇ ਨਾਲ ਹੀ ਇੱਥੇ ਡਾਕਘਰ ਬਣਿਆ, ਮਤਲਬ ਇੱਕ ਤਰ੍ਹਾਂ ਨਾਲ ਨਵੀਂ ਕਮਿਊਨਿਟੀ ਵਸਾਈ ਗਈ ਸੀ। ਨਵੀਂ ਕਮਿਊਨਿਟੀ ਹੋਣ ਦੇ ਕਾਰਨ ਇਹਨੂੰ ਵਾਕੀਆਂ ਦੇ ਨਾਲ ਜੋੜਿਆ ਗਿਆ। ਜਿਵੇਂ ਆਪਾਂ ਕਹਿੰਦੇ ਆ ਨਾ ਆਪਣਾ ਵੀ ਇੱਕ ਦਿਨ ਗਰੋਸਰੀ ਦਾ ਚਾਈਨੀਜ਼ ਦਾ ਆਉਂਦਾ ਸੀ ਜਾਂ ਇੰਡੀਅਨ ਗਰੋਸਰੀ ਆਉਂਦੀ ਸੀਗੀ, ਉਹ ਵੀਕ ਦੇ ਵਿੱਚ ਇੱਕ ਤਰ੍ਹਾਂ ਨਾਲ ਪਲੈਨਿੰਗ ਕਰੀ ਗਈ ਸੀਗੀ। ਜੀ ਜੀ, ਤਾਂ ਕਿ ਰਾਸ਼ਨ ਪਾਣੀ ਵੀ ਬਾਹਰੋਂ ਆਉਂਦਾ ਸੀ ਨਾ, BC ਤੋਂ, ਆਪਣੇ ਵੈਨਕੂਵਰ ਤੋਂ। ਜੀ ਬਿਲਕੁਲ, ਹਾਂਜੀ। ਤੇ ਮਾਇਓ ਨੇ ਕੁਝ ਜੈਪਨੀਜ਼ ਆਦਮੀ ਤੇ ਵਾਈਟ ਕਮਿਊਨਿਟੀ ਤੇ ਚਾਈਨੀਜ਼ ਕਮਿਊਨਿਟੀ ਨੂੰ ਵੀ ਕੰਮ ਤੇ ਰੱਖਿਆ ਹੋਇਆ ਸੀ ਨਾਲ ਦੇ ਨਾਲ, ਕਿਉਂਕਿ ਆਪਸ ਵਿੱਚ ਇਹਨਾਂ ਕਮਿਊਨਿਟੀਆਂ ਦਾ ਇੰਨਾ ਪਿਆਰ ਸੀ। ਕਿਉਂਕਿ ਆਪਾਂ ਪਹਿਲਾਂ ਹਰਦਿਆਲ ਸਿੰਘ ਜਿਹੜੇ ਪਹਿਲੇ ਸਿੱਖ ਸੀਗੇ, ਜਿਹੜੇ ਜੰਮਪਲ ਸੀਗੇ, ਉਹਨਾਂ ਦੀ ਗਾਥਾ ਵੀ ਦੇਖੀ ਆ। ਉਹ ਵੀ ਪਾਲਦੀ ਦੇ ਵਿੱਚ ਮੇਰੇ ਹਿਸਾਬ ਨਾਲ ਇਸੇ ਲੰਬਰ ਮਿਲ ਦੇ ਵਿੱਚ ਕੰਮ ਕਰਦੇ ਸੀਗੇ ਉਸ ਟਾਈਮ ਦੇ ਵਿੱਚ, ਕਿਉਂਕਿ ਉਹਨਾਂ ਦੀ ਆਪਾਂ ਜਿਹੜੀ ਕਹਾਣੀ ਦੇ ਵਿੱਚ ਵੀ ਦੇਖਿਆ ਹੈਗਾ ਕਿ ਇਹ ਜਿਹੜੀ ਪਾਲ ਦੀ ਕਮਿਊਨਿਟੀ ਸੀ ਆਪਸ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਰਹਿੰਦੀ ਸੀ ਜੀ ਸੰਦੀਪ। ਤੇ ਫਿਰ ਇਹਨਾਂ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ, ਡਾਕ ਦੇ ਵਿੱਚ ਡਾਕਘਰ ਜਦੋਂ ਬਣਾ ਦਿੱਤਾ ਗਿਆ, ਬਾਅਦ ਚੋਂ ਇਹ ਮਾਇਓ ਇੱਕ ਵਿਲੇਜ ਜੋਕੇਨ ਦੇ ਵਿੱਚ ਵੀ ਹੈਗੀ ਹੈ ਜੀ, ਤੇ ਉਹਦੇ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਣ ਲੱਗੀ। ਫਿਰ ਉਹਨਾਂ ਨੇ ਇਹਨਾਂ ਨੂੰ ਰਿਕੁਐਸਟ ਕੀਤੀ ਮਿਸਟਰ ਮਾਇਓ ਨੂੰ ਕਿ ਤੁਸੀਂ ਆਪਣਾ ਜਿਹੜਾ ਕਮਿਊਨਿਟੀ ਦਾ ਹੈਗਾ ਨਾਂ ਚੇਂਜ ਕਰੋ, ਤਾਂ ਕਰਕੇ ਤੁਹਾਡੀ ਡਾਕ ਜਿਹੜੀ ਹੈਗੀ ਆ ਉਸ ਠੀਕ ਪਤੇ ਤੇ ਆ ਸਕੇ। ਫਿਰ ਇਹਨਾਂ ਨੇ ਨਾਂ ਚੇਂਜ ਕਰਕੇ ਪਾਲ ਦੀ ਨਾਂ ਰੱਖਿਆ। ਪਾਲ ਦੀ ਨਾਂ ਰੱਖਣ ਦੇ ਕਾਰਨ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ, ਕਿਉਂਕਿ ਪਾਲ ਦੀ ਉਹਨਾਂ ਦੀ ਮਿਸਟਰ ਮਾਇਓ ਸਿੰਘ ਮਨਹਾਸ ਦੀ ਜਨਮ ਪਿੰਡ ਸੀ ਪਾਲ ਦੀ, ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ। ਔਰ ਉਹਨਾਂ ਨੇ ਇਕੱਲਾ ਮਾਇਓ ਨੇ ਇਕੱਲਾ ਇੱਥੇ ਹੀ ਨਹੀਂ ਕਮਿਊਨਿਟੀ ਦੇ ਵਿੱਚ ਕੰਮ ਕਰਿਆ ਹੈਗਾ, ਉਹਨਾਂ ਨੇ ਆਪਣੇ ਪਿੱਛੇ ਉਸ ਟਾਈਮ ਦੇ ਵਿੱਚ 1918 ਦੇ ਵਿੱਚ ਜਾਂ 1925-30 ਦੇ ਵਿੱਚ ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਪਿੱਛੇ ਪੈਸੇ ਭੇਜ ਕੇ ਇੱਕ ਹਸਪਤਾਲ ਬਣਾਇਆ, ਇੱਕ ਹਸਪੀਟਲ ਬਣਾਇਆ, ਇੱਕ ਸਕੂਲ ਵੀ ਬਣਾਇਆ ਆਪਣੇ ਪਾਲਦੀ ਪਿੰਡ ਦੇ ਵਿੱਚ ਪਿੱਛੇ ਬੈਕ ਹੋਮ। ਜੀ ਜੀ ਜੀ, ਇਹ ਮੇਰੇ ਹਿਸਾਬ ਨਾਲ ਸ਼ੁਰੂਆਤ ਹੋਊਗੀ ਬੈਕ ਹੋਮ ਦੇ ਵਿੱਚ ਪੈਸੇ ਭੇਜਣ ਦੀ ਜਾਂ ਕੋਈ ਚੰਗਾ ਕਮਿਊਨਿਟੀ ਦੇ ਵਿੱਚ ਕੰਮ ਕਰਨ ਦੀ। ਸ਼ੁਰੂ ਤੋਂ ਹੀ ਖਿੱਚ ਸੀ ਮਨਪ੍ਰੀਤ, ਸ਼ੁਰੂ ਤੋਂ ਹੀ ਜਿਹੜੀ ਕਿਰਤ ਹੈਗੀ ਆ ਇਹ ਮਾਇਓ ਸਿੰਘ ਮਨਹਾਸ ਨੇ ਹੀ ਪਾਈ ਹੈ।
ਵੈਰੀ ਗੁੱਡ। ਮਨਪ੍ਰੀਤ, ਆਪਾਂ ਥੋੜਾ ਜਿਹਾ ਹੋਰ ਅੱਗੇ ਕਰਾਂਗੇ ਅੱਜ ਦੇ ਭਾਗ ਵਿੱਚ। ਮੈਂ ਚਾਹੂੰਗਾ, ਕਿਉਂਕਿ ਢੀਂਡਸਾ ਸਾਹਿਬ ਅੰਕਲ ਕਾਫੀ ਕਾਲ ਕਰਦੇ ਨੇ, ਉਹ ਨਾ ਉੱਥੇ ਮਨਪ੍ਰੀਤ ਉਸ ਏਰੀਏ 'ਚ ਰਹਿ ਕੇ ਆਏ ਆ, ਤੇ ਜੇ ਉਹਨਾਂ ਦੀ ਕਾਲ ਆ ਗਈ ਨਾ, ਆਪਾਂ ਥੋੜਾ ਜਿਹਾ ਵਿੱਚ ਹੋਰ ਮਤਲਬ ਐਡ ਅਪ ਹੋਊਗਾ, ਤੇ ਅਦਰਵਾਈਜ਼ ਥੋੜਾ ਜਿਹਾ ਆਪਾਂ ਹੋਰ ਕਰਾਂਗੇ ਇਹ 'ਚ ਹੋਰ ਗੱਲਾਂ ਲੰਬਰ ਦੇ ਵਿੱਚ, ਕਿਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਕਿੰਨਾ ਸਟਰਗਲ, ਕਿੰਨਾ ਸੰਘਰਸ਼ ਕਰਨਾ ਪਿਆ ਹੋਊਗਾ, ਕਿਉਂਕਿ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਆਪਣੇ ਜਿਹੜੇ ਡਾਲਰ ਖਰਚ ਲੈਣੇ, ਫੈਸਲਾ ਲੈਣਾ, ਇਹ ਬਹੁਤ ਵੱਡੀ ਗੱਲ ਹੁੰਦੀ ਆ, ਹਨਾ, ਉਸ ਚੀਜ਼ ਨੂੰ ਬਾਏ ਕਰਨਾ। ਤੇ ਸ਼ੁਰੂ ਵਾਲੇ ਦਿਨਾਂ ਦੇ ਵਿੱਚ ਹੀ ਮਨਪ੍ਰੀਤ ਜੇ ਗੱਲਾਂ ਕਰੀਏ ਨਾ ਆਪਾਂ, ਸੌਰੀ ਮੈਂ ਤੁਹਾਨੂੰ ਟਾਈਮ ਦਿੰਦਾ ਮਨਪ੍ਰੀਤ, ਜਦੋਂ ਮਤਲਬ ਨਵੇਂ ਬੰਦੇ ਆਉਣੇ ਨਾ, ਜੇ ਆਪਾਂ 97 ਦੀ ਗੱਲਬਾਤ ਕਰਦੇ ਹਾਂ, 1800 ਆਪਣੀ ਇੱਥੇ ਕਮਿਊਨਿਟੀ ਆਉਣੀ ਸ਼ੁਰੂ ਹੋਈ, ਉਸ ਤੋਂ ਬਾਅਦ 15-20 ਸਾਲ ਦੇ ਵਿੱਚ ਆ ਕੇ ਇੱਥੇ ਬਿਜ਼ਨਸ ਬਾਏ ਕਰਨੇ, ਉਹਨਾਂ ਸਮਿਆਂ ਦੇ ਵਿੱਚ ਨਾ ਕਿੰਨੇ ਵੱਡੇ ਫੈਸਲੇ ਸੀਗੇ, ਤੇ ਜਿਨ੍ਹਾਂ ਨੇ ਫੈਸਲੇ ਲਏ ਆ, ਹੈਨਾ। ਸੋ ਦੇਖੋ, ਚੰਗਾ ਮਾੜਾ, ਪ੍ਰੋਫਿਟ ਲਾਸ, ਇਹ ਤਾਂ ਇੱਕ ਪਾਰਟ ਆ, ਹੈਨਾ, ਪਰ ਫੈਸਲਾ ਲੈਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ। ਜੀ ਮਨਪ੍ਰੀਤ। ਮੈਂ ਬਾਰ-ਬਾਰ ਉਹੀ ਗੱਲ ਕਹੀ ਹੈਗੀ ਹੈ, ਪਹਿਲਾਂ ਵੀ ਜਦੋਂ ਮਾਇਓ ਸਿੰਘ ਉਹਨਾਂ ਦੀ ਆਪਾਂ ਗੱਲ ਕਰੀਏ, ਮਾਇਓ ਲੰਬਰ ਮਿਲਦਾ ਡਿਸੀਜਨ ਮੇਕਿੰਗ ਪਾਵਰ। ਦੇਖੋ, ਕਈ ਵਾਰ ਆਪਾਂ ਸੋਚਦੇ ਆ, ਕਈ ਆਪਾਂ ਨੂੰ ਆਉਣ ਲੱਗੇ ਉਰੇ, ਜਦੋਂ ਆਪਾਂ ਪਹਿਲਾਂ ਕੈਨੇਡਾ ਦੇ ਵਿੱਚ ਆਉਣੇ ਆ, ਕਈ ਸਾਰਿਆਂ ਨੂੰ ਲੇਬਰ ਵੀ ਕਰਨੀ ਪੈਂਦੀ ਹੈ ਜੀ। ਬਹੁਤ ਸਾਰੇ ਡਾਕਟਰ ਹੈਗੇ ਆ, ਜਾਂ ਇੰਜੀਨੀਅਰ ਹੈਗੇ ਆ, ਜਾਂ ਟੀਚਰ ਹੈਗੇ ਆ, ਜਾਂ ਪ੍ਰੋਫੈਸਰ ਹੈਗੇ ਆ, ਉਹ ਆ ਕੇ ਪਹਿਲਾਂ ਟਰੱਕ ਵੀ ਚਲਾਉਂਦੇ ਆ ਜਾਂ ਲੇਬਰ ਜੌਬ ਕਰਦੇ ਆ। ਜੀ ਜੀ। ਹੋ ਸਕਦਾ ਕਿ ਜਦੋਂ ਆਪਾਂ ਨੂੰ ਪਹਿਲਾਂ ਆਪਣਾ ਖਰਚਾ ਚਲਾਉਣ ਲਈ ਹੋ ਸਕਦਾ, ਪਰ ਫਿਰ ਵੀ ਆਪਣੀ ਡਿਸੀਜਨ ਮੇਕਿੰਗ ਪਾਵਰ ਨੂੰ ਜ਼ਰੂਰ ਰੱਖਣਾ ਚਾਹੀਦਾ, ਜਿਹਦੇ ਤੁਹਾਡੇ ਵਿੱਚ ਆਪਣੀ ਕੈਪੇਬਿਲਿਟੀ ਹੈਗੀ ਆ ਜਾਂ ਕਾਬਲੀਅਤ ਹੈਗੀ ਆ, ਉਹਨੂੰ ਪਰਖਣਾ ਜ਼ਰੂਰ ਚਾਹੀਦਾ। ਬਿਲਕੁਲ ਸਹੀ ਗੱਲ ਮਨਪ੍ਰੀਤ। ਜੇ ਤੁਹਾਡੇ ਵਿੱਚ ਸਟਰੋਂਗ ਡਿਸੀਜਨ ਮੇਕਿੰਗ ਪਾਵਰ ਹੈਗੀ ਆ, ਤੁਸੀਂ ਐਜ਼ ਏ ਗੁੱਡ ਬਿਜ਼ਨਸਮੈਨ ਹੋ ਸਕਦੇ ਹੋ, ਜਾਂ ਗੁੱਡ ਰੀਅਲਟਰ ਹੋ ਸਕਦੇ ਹੋ, ਜਾਂ ਕੋਈ ਵੀ ਹੋਰ ਗੁੱਡ ਇੰਡਸਟਰੀਅਲ ਹੋ ਸਕਦੇ ਹੋ, ਕੋਈ ਵੀ ਆਪਣੇ ਵਿਗਿਆਨੀ, ਜਾਂ ਕੁਝ ਵੀ ਤੁਸੀਂ ਬੈਟਰ ਕਰ ਸਕਦੇ ਹੋ। ਮੇਰੇ ਹਿਸਾਬ ਨਾਲ ਕੈਨੇਡਾ ਇਹ ਸਾਰਾ ਕੁਝ ਕਰਨ ਲਈ ਤੁਹਾਨੂੰ ਆਜ਼ਾਦੀ ਦਿੰਦਾ ਹੈ। ਬਿਲਕੁਲ, ਇਹ ਉਹ ਮੁਲਕ ਆ ਮੇਰੇ ਹਿਸਾਬ ਨਾਲ, ਸੁਪਨਿਆਂ ਦਾ ਮੁਲਕ, ਜਿਹੜੀਆਂ ਚੀਜ਼ਾਂ ਆਪਾਂ ਸੋਚਦੇ ਵੀ ਨਹੀਂ, ਕਈ ਵਾਰ ਆਪਾਂ ਉਹ ਕਰ ਗੁਜ਼ਰਦੇ ਆ। ਬਿਲਕੁਲ ਮਨਪ੍ਰੀਤ, ਆਪਾਂ ਨਾ ਅੱਜ ਦਾ ਭਾਗ ਇੱਥੇ ਹੀ ਰੱਖਾਂਗੇ। ਬਸ ਆਹ ਇੱਕ ਗੱਲ ਤੇ ਮੈਂ ਹੋਰ ਥੋੜਾ ਜਿਹਾ ਆਪਾਂ ਇਸ ਤੋਂ, ਕਿਉਂਕਿ ਨਾ ਜਿਹੜਾ ਇਤਿਹਾਸ ਹੁੰਦਾ, ਇਤਿਹਾਸ ਦੇ ਵਿੱਚੋਂ ਮਨਪ੍ਰੀਤ ਇੱਕ ਤਾਂ ਯਾਦ ਰੱਖਣਾ ਔਰ ਉਸ ਦੇ ਵਿੱਚੋਂ ਸਿੱਖਣਾ, ਹਨਾ। ਸੋ ਅੱਜ ਦਾ ਜਿਹੜਾ ਆਪਾਂ ਜਿੰਨਾ ਵੀ ਕੀਤਾ, ਮਾਇਓ ਸਿੰਘ ਮਨਹਾਸ ਬਾਰੇ ਗੱਲਬਾਤ ਕੀਤੀ ਹੈ ਨਾ, ਜਿਹੜਾ ਉਹਨਾਂ ਨੇ ਡਿਸੀਜਨ ਲੈਣਾ, ਡਿਸੀਜਨ ਤੋਂ ਬਾਅਦ ਚੰਗਾ, ਦੇਖੋ ਹਮੇਸ਼ਾ ਚੰਗੇ ਮਾੜੇ ਦੋਨੋਂ ਚੀਜ਼ਾਂ ਹੁੰਦੀਆਂ। ਜੇ ਤਾਂ ਤੁਸੀਂ ਮਨਪ੍ਰੀਤ ਕਿਸੇ ਨਾਲ ਐਡਵਾਈਜ਼, ਰਾਏ ਮਸ਼ਵਰਾ ਕਰਦੇ ਹੋ ਕਿ ਮੈਂ ਭਾਈ ਆਹ ਬਿਜ਼ਨਸ ਸ਼ੁਰੂ ਕਰਨਾ ਹੈ, ਠੀਕ ਹੈ, ਤੇ ਉਹ ਬੰਦੇ 2-4 ਤੁਹਾਨੂੰ ਮਿਲ ਗਏ ਪੋਜ਼ਿਟਿਵ ਸੋਚ ਵਾਲੇ, ਤੇ ਤੁਸੀਂ ਬਿਜ਼ਨਸ ਕਰ ਲਓਗੇ। ਤੇ ਜੇ ਉਹਦੀਆਂ ਨੈਗੇਟਿਵਿਟੀ ਗਨਾਉਣ ਲੱਗ ਗਏ ਨਾ ਮਨਪ੍ਰੀਤ, ਡਿਸੀਜਨ ਲੈਣਾ ਬੜਾ ਮੁਸ਼ਕਲ ਹੁੰਦਾ ਹੈ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਬਿਜ਼ਨਸ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਹੈ। ਹਾਂ, ਉਹਦਾ ਰੇਟ, ਮੁੱਲ, ਇਹਦੇ ਬਾਰੇ ਜਿਹੜੀ ਰਾਏ ਮਸ਼ਵਰਾ ਕਰਨਾ ਗੁੱਡ ਹੁੰਦਾ, ਪਰ ਜਿੱਥੇ ਕੰਮ ਕੀਤਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਾਇਓ ਸਿੰਘ ਹੁਣਾਂ ਨੇ ਉੱਥੇ ਕੰਮ ਕੀਤਾ ਉਸ ਮਿਲ ਦੇ ਵਿੱਚ, ਉਹਨਾਂ ਨੂੰ ਪਤਾ ਹੈ, ਔਰ ਉਹ ਜਿਹੜੀ ਕਾਮਯਾਬੀ ਮਨਪ੍ਰੀਤ ਤੁਸੀਂ ਕੰਮ ਕਰਕੇ ਅੱਗੇ ਉਹਦੇ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੈਗੀ ਆ, ਉਹ ਤੁਹਾਨੂੰ ਜਦੋਂ ਸ਼ੁਰੂਆਤ ਕਰਦੇ ਆ ਨਾ ਈਜ਼ੀ ਹੋ ਜਾਂਦਾ, ਸੌਖਾ ਹੋ ਜਾਂਦਾ। ਕਈ ਵਾਰ ਅਸੀਂ ਬਿਨਾਂ ਜਾਣਕਾਰੀ ਤੋਂ ਵੀ ਕੰਮ ਸ਼ੁਰੂ ਕਰ ਲੈਂਦੇ ਆ, ਫਿਰ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ। ਪਰ ਇਹ ਮੁਲਕ, ਜਿਵੇਂ ਆਪਾਂ ਸ਼ੁਰੂ 'ਚ ਵਿੱਚ ਗੱਲ ਤੁਸੀਂ ਵੀ ਕੀਤੀ ਆ, ਕਿ ਇੱਥੇ ਜੋ ਤੁਸੀਂ ਸੋਚਦੇ ਹੋ ਤੇ ਜੇ ਸੱਚੀ ਮੁੱਚੀ ਮਿਹਨਤ ਕਰਦੇ ਹੋ ਨਾ, ਲੋਕ ਤੁਹਾਡੇ ਕੋਲੇ ਚੱਲ ਕੇ ਆਉਂਦੇ, ਜਿਹੜਾ ਮਰਜ਼ੀ ਬਿਜ਼ਨਸ ਹੋਵੇ। ਜੀ ਮਨਪ੍ਰੀਤ। ਬਿਲਕੁਲ, ਜੇ ਤੁਹਾਡੇ ਵਿੱਚ ਕਾਬਲੀਅਤ ਹੈਗੀ ਆ, ਤੁਹਾਡੇ ਵਿੱਚ ਪ੍ਰੋਪਰ ਡਿਸੀਜਨ ਮੇਕਿੰਗ ਪਾਵਰ ਹੈਗੀ ਆ ਜੀ, ਕਿਉਂਕਿ ਮੈਂ ਸੰਦੀਪ ਜੀ ਇੱਕ ਗੱਲ ਮੰਨਦਾ ਕਿ ਲਾਈਫ ਇੱਕੋ ਹੀ ਹੈ। ਬਿਲਕੁਲ ਠੀਕ ਹੈ, ਇੱਕੋ ਵਾਰ ਤੁਸੀਂ ਜਿਉਣਾ, ਇੱਕੋ ਵਾਰ ਮਰਨਾ, ਬਾਕੀ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਣਾ ਕੀ ਨਹੀਂ ਹੋਣਾ। ਠੀਕ ਹੈ, ਜਿਹੜਾ ਵੀ ਤੁਹਾਡੇ ਮਨ ਦੇ ਵਿੱਚ ਸੁਪਨਾ ਹੈਗਾ, ਜਿਹੜੀ ਵੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ, ਇੱਕ ਵਾਰ ਕਰੋ ਜ਼ਰੂਰ। ਬਿਲਕੁਲ, ਉਸ ਤੋਂ ਬਾਅਦ ਪਤਾ ਨਹੀਂ, ਦੇਖੋ ਤੁਸੀਂ ਹੁਣ ਅੱਜ ਯੰਗ ਹੈਗੇ ਹੋ, ਜਾਂ ਹੁਣ ਕਿਹੜੀ ਵੀ ਉਮਰ ਦੇ ਵਿੱਚ ਹੈਗੇ ਹੋ, ਜੇ ਕੋਈ ਵੀ ਤੁਹਾਨੂੰ ਚੀਜ਼ ਲੱਗਦੀ ਹੈ ਵੀ ਅਸੀਂ ਆਹ ਚੀਜ਼ ਕਰ ਸਕਦੇ ਸੀ, ਕੱਲ ਨੂੰ ਆਪਣਾ, ਜਾਂ ਤੁਸੀਂ ਪਾਸਟ ਦੇ ਆਪਣੇ ਫਿਰ ਜਾ ਕੇ ਫਿਊਚਰ ਦੇ ਵਿੱਚ ਸੋਚੋ ਕਿ ਮੈਂ ਪਾਸਟ ਦੇ ਵਿੱਚ ਜੇ ਇਹ ਕਰ ਲੈਂਦਾ, ਉਹ ਕਰ ਲੈਂਦਾ। ਨੋ, ਜਿਹੜਾ ਸਮਾਂ ਹੈਗਾ ਅੱਜ ਹੈਗਾ, ਜਿਹੜਾ ਟਾਈਮ ਵੀ ਹੈਗਾ ਅੱਜ ਦਾ ਹੀ ਹੈਗਾ। ਬਿਲਕੁਲ, ਤੁਸੀਂ ਇਹ ਸੋਚ ਕੇ ਜਿਹੜਾ ਵੀ ਡਿਸੀਜਨ ਬਣਾਉਣਾ ਹੈਗਾ ਉਹ ਜ਼ਰੂਰ ਬਣਾਓ, ਕਿਉਂਕਿ ਬਿਜ਼ਨਸ ਦੇ ਵਿੱਚ ਤਾਂ ਇਹ ਹੈਗਾ ਸੰਦੀਪ ਜੀ, ਜੇ ਤੁਹਾਡਾ ਰਿਸਕ ਵੀ ਹੈਗਾ, ਤੁਹਾਡਾ ਪ੍ਰੋਫਿਟ ਵੀ ਉਨਾ ਹੀ ਹੈਗਾ। ਜੇ ਬਿਜ਼ਨਸ ਤੁਹਾਡਾ ਵਧੀਆ ਨਿਕਲ ਜਾਂਦਾ, ਤੁਹਾਡਾ ਪ੍ਰੋਫਿਟ ਵੀ ਉਨਾ ਹੀ ਆ, ਤੁਸੀਂ ਪ੍ਰੋਫਿਟ ਵੀ ਉਨਾ ਹੀ ਬਣਾਉਣਾ ਹੈਗਾ। ਪਰ ਡਿਸੀਜਨ ਪਾਵਰ ਬਹੁਤ ਜ਼ਰੂਰੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਕਰੈਕਟ ਡਿਸੀਜਨ ਲੈਣੇ। ਪਰ ਕਰੈਕਟ ਤਾਂ ਬਾਅਦ ਚ ਪਤਾ ਲੱਗਦਾ, ਵੀ ਡਿਸੀਜਨ ਮੇਕਿੰਗ ਪਾਵਰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਰਿਸਕ
ਜ਼ਰੂਰ ਲੈਣਾ ਚਾਹੀਦਾ ਲਾਈਫ ਦੇ ਵਿੱਚ। ਬਿਲਕੁਲ। ਔਰ ਮਨਪ੍ਰੀਤ, ਚੰਗੇ ਤੁਹਾਡੇ ਦੋਸਤ ਜਿਹੜੇ ਤੁਹਾਡੇ ਨਾਲ ਉਸ ਔਖੇ ਸਮੇਂ 'ਚ, ਕਿਉਂਕਿ ਬੈਕ ਤੇ ਜਿਹੜੇ ਡਾਲਰ ਪੈਸੇ ਮਨੀ ਉਹ ਵੀ ਬਹੁਤ ਜ਼ਰੂਰੀ ਆ, ਔਰ ਜਿਹੜੀ ਹੱਲਾਸ਼ੇਰੀ ਵੀ ਬਹੁਤ ਜ਼ਰੂਰੀ ਆ, ਪੋਜ਼ਿਟਿਵਿਟੀ ਵਾਲੀ ਹੱਲਾਸ਼ੇਰੀ। ਨੈਗੇਟਿਵਿਟੀ ਵਾਲਿਆਂ ਨੂੰ ਮੈਂ ਕਹਿੰਦਾ ਨਾ, ਚਲੋ ਉਹ ਮਤਲਬ ਬੰਦੇ ਨੈਗੇਟਿਵਿਟੀ, ਮਨਪ੍ਰੀਤ ਇਹ ਨਹੀਂ ਕਿ ਉਹ ਚਾਹੁੰਦੇ ਆ, ਉਹ ਕਈ ਵਾਰ ਉਹਨਾਂ ਦੀ ਸੋਚ ਹੀ ਉੱਥੇ ਖੜੀ ਆ। ਕਈ ਵਾਰ ਤੁਸੀਂ ਜੌਬ ਕਰਨ ਲੱਗ ਜਾਓ ਮਨਪ੍ਰੀਤ, ਜੌਬ ਚੋਂ ਨਿਕਲਣਾ ਬਹੁਤ ਔਖਾ ਹੈ ਬਿਜ਼ਨਸ ਦੇ ਵਿੱਚ, ਤੇ ਜੇ ਕਿਸੇ ਬਿਜ਼ਨਸਮੈਨ ਨੂੰ ਕਹੋ ਬਿਲਕੁਲ ਉਹ ਬਿਜ਼ਨਸ ਉਹਦਾ ਫਲॉप ਵੀ ਹੋ ਜਾਊਗਾ, ਡਿੱਗ ਪਊਗਾ, ਫਿਰ ਵੀ ਉਹ ਤਾਂ ਜੌਬ ਕਿਤੇ ਟੈਂਪਰੇਰੀ ਤਾਂ ਭਾਵੇਂ ਦੀ ਥੋੜੀ ਬਹੁਤ ਚਿਰ ਕਰ ਲਵੇ ਮਨਪ੍ਰੀਤ, ਕਿਉਂਕਿ ਇਹ ਮੁਲਕ ਦੇ ਵਿੱਚ ਨਾ ਬਿਜ਼ਨਸ ਚੱਲਦੇ ਆ ਨਹੀਂ ਚੱਲਦੇ, ਸਰਕਾਰ ਦੁਆਰਾ ਬੜੀਆਂ ਆਪਸ਼ਨਸ ਹੈਗੀਆਂ ਕਿ ਤੁਸੀਂ ਦੁਬਾਰਾ ਫਿਰ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਉਹ ਦੁਬਾਰਾ ਬੰਦਾ ਫਿਰ ਜੌਬ ਟੈਂਪਰੇਰੀ ਦਾ ਕਰੂਗਾ, ਲੇਕਿਨ ਫਿਰ ਉਹ ਬਿਜ਼ਨਸ ਕਰੂਗਾ। ਜ਼ਰੂਰ ਡਿੱਗ ਕੇ ਸਵਾਰ ਹੋਣ ਵਾਲੀ ਗੱਲ ਆ। ਸਰਕਾਰ ਵੀ ਸਾਥ ਦਿੰਦੀ ਆ, ਔਰ ਤੁਹਾਡੇ ਜਿਹੜੇ ਨੇੜ ਦੇ ਕਲੋਜ਼ ਦੋਸਤ ਮਿੱਤਰ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਹਰ ਗੱਲ ਕਈ ਵਾਰ ਸਾਂਝੀ ਕਰ ਲੈਂਦੇ, ਹੱਲਾਸ਼ੇਰੀ ਵਾਲੀ ਜਾਂ ਮਨੀ ਬਾਈ ਜੀ ਹੈਲਪ ਚਾਹੀਦੀ, ਉਹ ਵੀ ਹੋਣੀ ਜ਼ਰੂਰੀ ਹੈ। ਸੰਦੀਪ ਜੀ ਬਿਲਕੁਲ, ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਆ ਨਾ ਬਿਜ਼ਨਸ ਦੀ ਗੱਲ ਕਰਦੇ ਆ ਆਪਾਂ, ਜਾਂ ਦੇਖੋ ਹੁਣ ਕਿੰਨਾ ਪ੍ਰਾਊਡ ਮੂਵਮੈਂਟ ਆ। ਆਪਾਂ ਜੇ ਮਾਇਓ ਸਿੰਘ ਮਨਹਾਸ ਦੀ ਗੱਲ ਕਰਦੇ ਆ, ਮੇਰੇ ਹਿਸਾਬ ਨਾਲ ਪਹਿਲੀ ਲੰਬਰ ਮਿਲ ਹੋਊਗੀ ਜਿਹੜੀ ਆਪਣੀ ਪਹਿਲੀ ਲੰਬਰ ਮਿਲ ਹੋਊਗੀ, ਪੰਜਾਬੀਆਂ ਦੀ ਪਹਿਲੀ ਲੰਬਰ ਮਿਲ ਹੋਊਗੀ ਜੀ। ਕਿੰਨਾ ਮਾਣ ਮੱਤਾ ਇਤਿਹਾਸ ਹੈ। ਜੇ ਉਹ ਇਸ ਤਰ੍ਹਾਂ ਨਹੀਂ, ਉਹ ਫਰੈਂਡ ਬ੍ਰਿਜ ਜਿਹੜੀ ਆਪਾਂ ਮਿਲ ਦੀ ਲੰਬਰ ਕੰਪਨੀ ਦੀ ਗੱਲ ਕਰਦੇ ਆ, ਜੇ ਇਹ ਨਾ ਲੈਂਦੇ ਕੋਈ ਹੋਰ ਲੈਂਦਾ, ਪਰ ਮਾਇਓ ਸਿੰਘ ਨੇ ਉਤਸ਼ਾਹਤ ਕੀਤਾ ਆਪਣੇ ਭਾਈਆਂ ਨੂੰ ਵੀ ਤੁਸੀਂ ਮੇਰਾ ਸਾਥ ਦਿਓ, ਆਪਣੀ ਕਮਿਊਨਿਟੀ ਨੂੰ ਉਤਸ਼ਾਹਤ ਕੀਤਾ, ਥੋੜਾ ਸ਼ੇਅਰ ਮੈਂ ਤੁਹਾਡਾ ਵੀ ਪਵਾ ਦੇਣਾ। ਬਿਲਕੁਲ। ਦੇਖੋ ਕਿਸ ਤਰ੍ਹਾਂ ਜੁਗਤ ਬਣੀ ਹੋਊਗੀ, ਕਿਸ ਤਰ੍ਹਾਂ ਵਿਉਂਤਬੰਦੀ ਕਰੀ ਹੋਣੀ ਆ ਉਹ ਬੰਦੇ ਨੇ, ਕਿਉਂਕਿ ਉਹੀ ਤਾਂ ਟੀਮ ਯੂਨਿਟੀ। ਆਪਾਂ ਜੀ ਮਨਪ੍ਰੀਤ, ਅੱਜ ਗੱਲ ਕਰਦੇ ਆ, ਆਪਣਾ ਬਹੁਤ ਸਟਰੋਂਗ ਕਮਿਊਨੀਕੇਸ਼ਨ ਹੈਗਾ, ਬਹੁਤ ਸਟਰੋਂਗ ਕਮਿਊਨਿਟੀ ਹੈਗੀ ਆ, ਔਰ ਕਮਿਊਨਿਟੀ ਸਟਰੋਂਗ ਵੀ ਬਹੁਤ ਹੈਗੀ ਆ, ਚਾਹੇ ਆਪਾਂ ਪੋਲੀਟੀਕਲੀ ਲਾ ਲਈਏ, ਚਾਹੇ ਮਨੀ ਪਾਵਰ ਵਾਈਜ਼ ਲਾ ਲਈਏ, ਬਹੁਤ ਆਪਣੇ ਕੋਲ ਇਸ ਟਾਈਮ ਆਪਾਂ ਕੈਨੇਡਾ ਦੇ ਵਿੱਚ ਬਹੁਤ ਸਟਰੋਂਗ ਚੱਲ ਰਹੇ ਆ। ਪਰ ਇਹ ਉਹਨਾਂ ਦਿਨਾਂ ਦੀ ਗੱਲ ਆ, ਉਹ ਇਤਿਹਾਸਿਕ ਜਾਂ ਆਪਾਂ ਕਹਿ ਲਈਏ ਪ੍ਰਾਊਡ ਮੂਵਮੈਂਟ ਨੇ ਜਦੋਂ ਆਪਣੀ ਪਹਿਲੀ ਲੰਬਰ ਮਿਲ ਲੱਗਦੀ ਹੈ, ਮਾਇਓ ਲੰਬਰ ਮਿਲ ਕੰਪਨੀ। ਬਿਲਕੁਲ ਹੋਣਗੇ ਉਹ ਬੰਦਿਆਂ ਦੇ, ਬਿਲਕੁਲ ਸਹੀ ਗੱਲ ਆ ਮਨਪ੍ਰੀਤ, ਬਿਲਕੁਲ ਸਹੀ ਗੱਲ। ਉਸ ਟਾਈਮ ਦੇ ਵਿੱਚ ਕਿਉਂਕਿ ਦੇਖੋ ਪ੍ਰੋਫਿਟ ਲਾਸ ਹੋਣੇ ਉਹ ਬਾਅਦ ਦੀ ਗੱਲ ਆ, ਪਰ ਤੁਸੀਂ ਕਿਸੇ ਟਾਈਮ ਤੇ ਕੁਝ ਕਰ ਗੁਜ਼ਰਨਾ ਤਾਂ ਤੁਹਾਨੂੰ ਕਦਮ ਜ਼ਰੂਰ ਪੁੱਟਣਾ ਪਊਗਾ। ਜੇ ਆਪਾਂ ਕਿਸੇ ਮੰਜ਼ਿਲ ਤੇ ਜਾਣਾ ਨਾ, ਤਾਂ ਇੱਕ ਘਰ ਤੋਂ ਆਪਾਂ ਨੂੰ ਕਦਮ ਪੁੱਟਣਾ ਹੀ ਪੈਣਾ, ਚੱਲਣਾ ਪੈਣਾ, ਕੁਝ ਸੋਚਣਾ ਪੈਣਾ, ਕੁਝ ਕਰਨਾ ਪੈਣਾ, ਉਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਬਿਲਕੁਲ ਮਨਪ੍ਰੀਤ, ਤੇ ਮਾਇਓ ਸਿੰਘ ਮਨਹਾਸ ਹੋਣਾ ਨੇ ਉਹ ਕਰਕੇ ਦਿਖਾਇਆ, ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦੇ ਫੈਸਲੇ ਨੂੰ ਯਾਦ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਡਿਸੀਜਨ ਲਿਆ ਹੋਊਗਾ। ਹਮੇਸ਼ਾ ਕਹਿੰਦੇ ਹੁੰਦੇ ਆ ਵੀ ਉਹਨਾਂ ਨੂੰ ਜਦੋਂ ਵੀ ਕਿਤੇ ਇਤਿਹਾਸ ਫਰੋਲਿਆ ਜਾਊਗਾ ਤੇ ਉਹਦੇ ਵਿੱਚ ਨਾਮ ਉਹਨਾਂ ਦਾ ਹਮੇਸ਼ਾ ਹੀ ਕਹਿੰਦੇ ਹੁੰਦੇ ਸਿਤਾਰੇ ਵਾਂਗੂ ਚਮਕਦਾ ਰਹੂਗਾ। ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਕਿ ਸਾਡੀ ਕਮਿਊਨਿਟੀ ਨਾਲ ਸਾਨੂੰ ਜਿੱਦਾਂ ਪ੍ਰਾਊਡ ਹੋ ਰਿਹਾ ਮਨਪ੍ਰੀਤ ਅੱਜ, ਜਿਵੇਂ ਤੁਸੀਂ ਦੱਸ ਰਹੇ ਸੀ ਨਾ, ਮੈਨੂੰ ਬੜਾ ਪਹਿਲਾਂ ਵੀ ਆਪਾਂ ਜਦੋਂ ਸ਼ੁਰੂਆਤ ਕੀਤੀ ਨਾ ਉਦੋਂ ਵੀ ਕਿਤੇ ਨਾਮ ਆਇਆ ਸੀਗਾ, ਤੇ ਮੈਨੂੰ ਬੜੀ ਇੱਕ ਨਾ ਹੁੰਦੀ ਆ ਕਿ ਜਿਵੇਂ ਸ਼ੁਰੂਆਤ ਹੀ ਕੀਤੀ ਸੀ, ਤੁਸੀਂ ਸ਼ੁਰੂ ਕੀਤਾ, ਮੈਂ ਕਿਹਾ ਮਨਪ੍ਰੀਤ ਸਟੋਰੀ ਸ਼ੁਰੂ ਕਰੋ ਮਾਇਓ ਸਿੰਘ ਉਹਨਾਂ ਦੀ ਕਿੱਥੋਂ ਹੋਈ ਆ, ਹਨਾ, ਇੱਕ ਖਿੱਚ ਹੁੰਦੀ ਆ ਕਿ ਸਾਨੂੰ ਜਾਣਨ ਦੀ। ਜੀ ਬਿਲਕੁਲ ਸੰਦੀਪ ਜੀ, ਇਹਦੇ ਵਿੱਚ ਮਾਇਓ ਸਿੰਘ ਜਿਹੜਾ ਮਨਹਾਸ ਸੀ, ਇੱਥੇ ਤੱਕ ਹੀ ਨਹੀਂ ਬਾਕੀ ਕਮਿਊਨਿਟੀਆਂ ਦੇ ਵਿੱਚ ਉਹਨਾਂ ਨੂੰ ਵਰਚੁਅਲ ਸੈਂਟਾ ਕਲੌਸ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਮਤਲਬ ਉਹਨਾਂ ਨੇ ਕਮਿਊਨਿਟੀ ਲਈ ਇੰਨੇ ਕੰਮ ਕਰਦੇ ਸੀ। ਉਹ ਕੋਈ ਵੀ ਕਮਿਊਨਿਟੀ ਦੇ ਵਿੱਚ, ਜਿਵੇਂ ਕਿ ਉਹਨਾਂ ਦੇ ਕਹਾ ਆਪਾਂ ਇਤਿਹਾਸ ਦੇ ਵਿੱਚ ਕਹਾ ਕਰਾਂਗੇ ਕਿ ਬੱਚੇ ਹੁੰਦੇ ਆ ਜਦੋਂ, ਇੱਕ ਦਿਨ ਦੀ ਜਿਹੜਾ ਵੀ ਹਸਪੀਟਲ ਦਾ ਪੂਰੇ ਹਸਪੀਟਲ ਦੀ ਸੈਲਰੀ ਸੀ ਉਹ ਦਾਨ ਦਿੰਦੇ ਸੀਗੇ। ਬਾਕੀ ਵੀ ਹੋਰ ਕੋਈ ਵੀ ਕਮਿਊਨਿਟੀ ਦਾ ਕੋਈ ਵੀ ਕੰਮ ਹੁੰਦਾ ਸੀਗਾ ਤਾਂ ਉਹ ਕਰਵਾਈਆਂ ਉਹਨਾਂ ਨੇ, ਗੇਮਸ ਕਰਵਾਈਆਂ ਉੱਥੇ ਆਪਣੇ ਪਾਲ ਦੀ ਕਮਿਊਨਿਟੀ ਦੇ ਵਿੱਚ ਗੇਮਸ ਕਰਾਉਂਦੇ ਸੀ, ਈਵਨ ਕਿ ਵਾਲੀਬਾਲ, ਕਬੱਡੀ, ਤੇ ਜਿਹੜੇ ਮੈਨ ਜਿੱਤਦੇ ਸੀਗੇ ਉਹਨਾਂ ਨੂੰ ਟਾਈ ਦਿੱਤੀ ਜਾਂਦੀ ਸੀ, ਜਿਹੜੀ ਲੇਡੀਜ਼ ਜਿੱਤਦੀ ਸੀ ਉਹਨਾਂ ਨੂੰ ਆਪਣੇ ਫਰੂਟਸ, ਜਾਂ ਬੱਚੇ ਜਿੱਤਦੇ ਸੀ ਉਹਨਾਂ ਨੂੰ ਆਈਸਕ੍ਰੀਮ ਦਿੱਤੀ ਜਾਂਦੀ ਸੀ। ਉਸ ਟਾਈਮ ਦੇ ਵਿੱਚ ਇਨਾਮ ਦੇ ਵਿੱਚ ਇਹ ਦਿੱਤਾ ਜਾਂਦਾ ਸੀ। ਵੈਰੀ ਗੁੱਡ। ਐਕਚੁਅਲ ਮਨਪ੍ਰੀਤ ਜਿਹੜੇ ਇਨਾਮ ਹੁੰਦੇ ਆ ਨਾ, ਐਕਚੁਅਲੀ ਇਨਾਮ ਹੋਣੀ ਇਦਾਂ ਦੇ ਚਾਹੀਦੇ ਆ, ਕਿਉਂਕਿ ਮੈਂ ਨਾ ਹਮੇਸ਼ਾ ਗੱਲਬਾਤ ਕਰਦਾ, ਆਪਾਂ ਬ੍ਰੇਕ ਨਹੀਂ ਲੈਣੀ ਮਨਪ੍ਰੀਤ ਅੱਜ, ਕਿਉਂਕਿ ਪਹਿਲਾਂ ਸ਼ੁਰੂਆਤ ਪ੍ਰੋਗਰਾਮ ਥੋੜਾ ਜਿਹਾ ਲੇਟ ਹੋਇਆ ਸੀਗਾ। ਮੇਰੇ ਨਾ ਜਿੱਥੋਂ ਮੈਂ ਇੰਡੀਆ 'ਚ ਜਿੰਨਾ ਮੈਂ ਕੰਮ ਕਰਦਾ ਹੁੰਦਾ ਸੀ ਫੋਟੋਗ੍ਰਾਫੀ ਦਾ, ਜਸਪਾਲ ਬੱਬੀ ਹੋਣੀ ਹੈ ਨਾ, ਸੋ ਉਹ ਹਾਕੀ ਦੇ ਬੜੇ ਸੋਹਣੇ ਪਲੇਅਰ ਸੀ ਮੋਗੇ ਦੇ ਵਿੱਚ, ਖਾਲਸਾ ਕਾਲਜ ਦੇ ਵਿੱਚ।
ਖਾਲਸਾ ਸਾਡਾ ਸਕੂਲ ਆ ਉੱਥੇ ਮੋਗੇ ਦੇ ਵਿੱਚ, ਬੜਾ ਹੀ ਵਧੀਆ ਹੈਗਾ। ਤੇ ਉੱਥੇ ਨਾ ਉਹਨਾਂ ਨੇ ਪੁਰਾਣੀਆਂ ਜਿਹੜੀਆਂ ਸ਼ੀਲਡਾਂ, ਛੋਟੇ ਛੋਟੇ ਇਨਾਮ ਉਹਨਾਂ ਨੂੰ ਮਿਲੇ ਆ ਮਨਪ੍ਰੀਤ, ਉਹਨਾਂ ਦੀ ਹਮੇਸ਼ਾ ਗੱਲ ਕਰਨੀ, ਠੀਕ ਹੈ, ਕਿ ਯਾਰ ਇਹ ਅਸੀਂ ਇਸ ਟਾਈਮ ਟੂਰਨਾਮੈਂਟ ਤੇ ਜਿੱਤਿਆ, ਕਿੰਨੀ ਖਿੱਚ ਹੁੰਦੀ ਸੀ, ਛੋਟੇ ਜਿਹੇ ਮਤਲਬ ਇਨਾਮ ਦੇ ਲਈ ਅਸੀਂ ਭੱਜੇ ਫਿਰਨਾ। ਤੇ ਉਸ ਤੋਂ ਬਾਅਦ ਉਹ ਅਜੀਤ ਦੇ ਰਿਪੋਰਟਰ ਬਣੇ, ਤੇ ਜਦੋਂ ਕਿਤੇ ਜਾਣਾ ਫੰਕਸ਼ਨਾਂ ਤੇ ਵੱਡੀਆਂ ਵੱਡੀਆਂ ਸ਼ੀਲਡਾਂ ਮਿਲ ਜਾਣੀਆਂ, ਬੜਾ ਕੁਝ ਮਿਲਣਾ, ਮਾਣ ਸਨਮਾਨ ਮਿਲਣਾ। ਪਰ ਕਹਿੰਦੇ ਜਿਹੜਾ ਮਾਣ ਸਨਮਾਨ ਮਨਪ੍ਰੀਤ ਉਹ ਗੇਮ ਕਰਕੇ ਛੋਟਾ ਹੁੰਦਾ ਸੀ, ਲੇਕਿਨ ਜਿਹੜੀ ਖਿੱਚ ਸੀ ਨਾ ਉਹ ਉਹਨਾਂ ਸਮਿਆਂ ਦੇ ਵਿੱਚ ਹੀ ਸੀ। ਅੱਜ ਉਹ ਚੀਜ਼ਾਂ ਬਦਲ ਗਈਆਂ। ਕਬੱਡੀ ਦੀ ਗੱਲਬਾਤ ਕਰ ਲਈਏ, ਕ੍ਰਿਕਟ ਦੀ ਗੱਲਬਾਤ ਕਰ ਲਈਏ, ਜਾਂ ਹੋਰ ਟੂਰਨਾਮੈਂਟ ਦੀ ਗੱਲਬਾਤ ਕਰੀਏ, ਪੈਸਾ ਇਨਵੋਲਵ ਹੋ ਗਿਆ, ਚੰਗੀ ਗੱਲ ਆ। ਜਿਹੜੇ ਪਲੇਅਰ ਹੁੰਦੇ ਆ ਉਹਨਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ, ਉਹਨਾਂ ਨੇ ਆਪਣਾ ਘਰ ਪਰਿਵਾਰ ਚਲਾਉਣਾ ਹੁੰਦਾ। ਪਰ ਜਿਹੜੀ ਉਹ ਖੁਸ਼ੀ ਮਨਪ੍ਰੀਤ ਉਹ ਟਾਈਮ ਹੁੰਦੀ ਸੀ ਨਾ, ਕਹਿੰਦੇ ਉਹ ਉਹਨਾਂ ਦੇ ਦੱਸਣ ਮੁਤਾਬਕ, ਮੇਰੀ ਗੱਲ ਕਰ ਲਓ, ਤੁਸੀਂ ਗੱਲਬਾਤ ਕਰ ਲਓ, ਹਨਾ, ਜਿਹੜੀ ਉਹ ਖੁਸ਼ੀ ਆ ਉਹ ਖੁਸ਼ੀ ਨਹੀਂ ਹੋ ਸਕਦੀ। ਹਾਂ, ਡਾਲਰਾਂ ਵਾਲੀ ਖੁਸ਼ੀ ਸਾਨੂੰ ਚਾਹੀਦੀ ਆ, ਲੇਕਿਨ ਕਹਿੰਦੇ ਉਹ ਖੁਸ਼ੀ ਯਾਰ ਮਿਲ ਨਹੀਂ ਰਹੀ। ਬਿਲਕੁਲ ਸੰਦੀਪ ਜੀ, ਜੇ ਮੈਂ ਥੋੜੀ ਜੀ ਗੱਲ ਕਰਾਂ, ਦੇਖੋ ਮਾਇਓ ਸਿੰਘ ਮਨਹਾਸ ਵਰਗੇ ਤਾਂ ਅਸੀਂ ਨਹੀਂ ਹੈਗੇ ਜੀ, ਪਰ ਸਾਨੂੰ ਵੀ ਕਈ ਆ ਕੇ ਪੁੱਛਦੇ ਕਿ ਬਾਈ ਜੀ ਆਟੋ ਸੇਲ ਕਿਵੇਂ ਸ਼ੁਰੂ ਕੀਤੀ। ਤੁਹਾਨੂੰ ਬਹੁਤ ਗੱਡੀਆਂ ਦੀ ਨੌਲੇਜ ਹੋਊਗੀ ਪਹਿਲਾਂ। ਮੈਂ ਕਹਿੰਦਾ ਨਹੀਂ, ਮੈਨੂੰ ਤੁਹਾਨੂੰ ਜ਼ਿਆਦਾ ਪਤਾ ਹੈਗਾ ਸੰਦੀਪ ਜੀ ਕਿ ਕੋਈ ਵੀ ਕਾਰਾਂ ਦੀ ਸਾਨੂੰ ਕੋਈ ਨੌਲੇਜ ਨਹੀਂ ਸੀ, ਆਟੋ ਦੀ ਕੋਈ ਨੌਲੇਜ ਨਹੀਂ ਸੀ, ਸਿਰਫ ਸੇਲ ਲਾਈਨ ਦੇ ਵਿੱਚੋਂ ਸੀ ਮੈਂ, ਟੈਲੀਕਮਿਊਨੀਕੇਸ਼ਨ ਲਾਈਨ ਦੇ ਵਿੱਚੋਂ। ਤੇ ਅੱਜ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪਹਿਲੀ ਕਾਰ ਤੋਂ ਲੈ ਕੇ 400 ਪਲੱਸ ਗੱਡੀਆਂ। ਉਹ ਸਿਰਫ ਡਿਸੀਜਨ ਮੇਕਿੰਗ ਪਾਵਰ ਹੈ। ਮੈਂ ਇਹ ਨਹੀਂ ਕਿ ਮੈਂ ਆਪਦਾ ਦਿਖਾਵਾ ਕਰ ਰਿਹਾ, ਬਟ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਕਿ ਅਸੀਂ ਕਰ ਸਕਦੇ ਹਾਂ, ਤੁਸੀਂ ਵੀ ਕਰ ਸਕਦੇ ਹੋ। ਜਿਹੜੇ ਕੋਈ ਵੀ ਸੁਪਨਾ ਤੁਸੀਂ ਕੈਨੇਡਾ ਦੇ ਵਿੱਚ ਲੈ ਕੇ ਆਉਂਦੇ ਹੋ, ਜੇ ਤੁਹਾਡੇ ਵਿੱਚ ਦ੍ਰਿੜ ਵਿਸ਼ਵਾਸ ਹੈਗਾ ਜਾਂ ਆਪਣੇ ਵਿੱਚ ਤੁਹਾਡੇ ਵਿੱਚ ਗੁੱਡ ਡਿਸੀਜਨ ਪਾਵਰ ਹੈਗੀ ਆ ਨਾ, ਡਿਸੀਜਨ ਮੇਕਿੰਗ ਪਾਵਰ ਹੈਗੀ ਆ, ਤਾਂ ਤੁਸੀਂ ਵੀ ਉਹ ਚੀਜ਼ਾਂ ਕਰ ਸਕਦੇ ਹੋ। ਇਹ ਧਰਤੀ ਸਭ ਨੂੰ ਆਜ਼ਾਦੀ ਦਿੰਦੀ ਹੈ ਔਰ ਬਰਾਬਰਤਾ ਦਿੰਦੀ ਹੈ, ਇਕੁਐਲਿਟੀ ਦਿੰਦੀ ਹੈ। ਮਨਪ੍ਰੀਤ, ਮੈਂ ਉਹੀ ਤਾਂ ਤੁਹਾਨੂੰ ਦੱਸ ਰਿਹਾ ਨਾ, ਜਦੋਂ ਮੈਂ ਇਹ ਗੱਲ ਕਹਿ ਰਿਹਾ ਸੀ ਨਾ, ਹੁਣੇ ਹੀ ਕਹਿ ਰਿਹਾ ਸੀਗਾ ਕਿ ਜਾਂ ਤਾਂ ਤੁਸੀਂ ਸਿੱਖੇ ਹੋ, ਜਿੱਥੇ ਤੁਸੀਂ ਕੰਮ ਕੀਤਾ ਤੁਹਾਨੂੰ ਉੱਥੇ ਅਪਰਚੁਨਿਟੀ ਮਿਲ ਜਾਂਦੀ ਆ, ਜਾਂ ਫਿਰ ਤੁਹਾਨੂੰ ਉਹ ਨਹੀਂ ਮਿਲਦੀ। ਵੈਸੇ ਤੁਹਾਨੂੰ ਮੌਕਾ ਮਿਲ ਜਾਂਦਾ, ਇਹ ਨਹੀਂ ਕਿ ਤੁਹਾਨੂੰ ਪਤਾ ਨਹੀਂ, ਪਤਾ ਹੋ ਸਕਦਾ। ਜਿਵੇਂ ਤੁਸੀਂ ਗੱਲ ਕੀਤੀ ਮਨਪ੍ਰੀਤ, ਕਈ ਵਾਰ ਨਾ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਆਮ ਹੀ, ਕਿ ਕਿਸੇ ਬੰਦੇ ਨਾਲ ਗੱਲਾਂ ਕਰਦਾ, ਮੈਂ ਕਹਿੰਦਾ ਨਾ ਮਨਪ੍ਰੀਤ, ਬਹੁਤ ਕਹਿੰਦੇ ਆ ਕਿ ਕਈ ਵਾਰ ਕਿਸੇ ਨੇ ਆਪਣਾ ਨਾ ਸਟੇਟਸ ਵੀ ਪਾਇਆ ਹੁੰਦਾ ਫੇਸਬੁੱਕ ਤੇ ਕਿ ਯਾਰਾ ਦੋਸਤ ਨਹੀਂ ਹੁੰਦੇਗੇ, ਯਾਰਾ ਦੋਸਤਾਂ ਪਤਾ ਨਹੀਂ ਕੀ ਸ਼ਬਦ ਲਿਖੇ ਹੁੰਦੇ ਆ ਨਾ। ਮੈਂ ਸੱਚੀ ਕਹਿੰਦਾ ਕਿ ਚਲੋ ਠੀਕ ਹੈ ਮਨਪ੍ਰੀਤ, ਕਲੋਜ਼ ਫੈਮਿਲੀ ਫਰੈਂਡ ਜਾਂ ਦੂਸਰੇ, ਪਰ ਮੇਰੇ ਨਾਲ ਕਾਫੀ ਮੇਰੇ ਦੋਸਤ ਆ ਜਿਨ੍ਹਾਂ ਨੂੰ ਮੈਨੂੰ ਮਾਣ ਹੁੰਦਾ ਹੈ ਨਾ। ਔਰ ਮੇਰੀ ਮਨਪ੍ਰੀਤ, ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਕਿ ਮੇਰੀ ਉਹਨਾਂ ਨਾਲ ਬਣਦੀ ਹੈ ਜਿਨ੍ਹਾਂ ਨਾਲ ਮੇਰੀਆਂ ਆਦਤਾਂ ਸੁਭਾਅ ਮਿਲਦੇ ਆ, ਹੈ ਨਾ। ਹੁਣ ਆਪਾਂ ਜਿਹੜੀ ਤੁਸੀਂ ਗੱਲਬਾਤ ਕੀਤੀ, ਮੈਨੂੰ ਪਤਾ ਜਦੋਂ ਤੁਸੀਂ ਬਾਈ ਜੀ ਆਟੋ ਸੇਲ ਦੀ ਸ਼ੁਰੂਆਤ ਕੀਤੀ ਆ, ਠੀਕ ਹੈ, ਤੇ ਇਦਾਂ ਹੀ ਜਦੋਂ ਟਰੈਵਲ ਦਾ ਅਸੀਂ ਸ਼ੁਰੂ ਕੀਤਾ ਨਾ ਮਨਪ੍ਰੀਤ, ਕੁਛ ਨਹੀਂ ਮਤਲਬ ਬਿਲਕੁਲ ਪਤਾ, ਵਾਈਫ ਨੇ ਥੋੜੀ ਜਿਹੀ ਟ੍ਰੇਨਿੰਗ ਲਈ, ਲੇਕਿਨ ਜੋ ਸਿੱਖਣ ਦੀ ਖਿੱਚ ਹੁੰਦੀ ਹੈ ਤੁਹਾਡੇ ਅੰਦਰ, ਹੈ ਨਾ, ਸਿੱਖਣਾ, ਫਿਰ ਸਮਾਂ ਨਹੀਂ ਦੇਖਿਆ ਜਾਂਦਾ, ਕਿੰਨੀ ਮਿਹਨਤ ਕਰਦੇ ਹੋ। ਮੈਨੂੰ ਯਾਦ ਆ ਕਈ ਵਾਰ ਮਨਪ੍ਰੀਤ, ਅਸੀਂ ਸਵੇਰੇ 9 ਵਜੇ ਜਾ ਕੇ ਟਰੈਵਲ ਤੇ ਬੈਠਣਾ ਨਾ, ਮੈਂ ਤੇ ਵਾਈਫ ਨੇ 10-11 ਵਜੇ ਤੱਕ ਵੀ ਟਾਈਮ ਲਾਇਆ ਹੋਇਆ ਹੈ, ਰਾਤ ਦੇ 11 ਵਜੇ ਤੱਕ 10 ਵਜੇ। ਔਰ ਉਸ ਤੋਂ ਬਾਅਦ ਵੀ ਮੈਂ 24 ਘੰਟੇ ਆਪਣਾ ਫੋਨ ਬੰਦ ਨਹੀਂ ਕਰਦਾ ਸੀ ਕਿ ਕਿਸੇ ਨੂੰ ਪ੍ਰੋਬਲਮ ਆ ਗਈ ਨਾ ਰਾਤ ਨੂੰ 12 ਵਜੇ 1 ਵਜੇ, ਕਿਉਂਕਿ ਇੰਡੀਆ ਦਾ ਤੇ ਇੱਥੋਂ ਦਾ ਸਮੇਂ ਦਾ ਫਰਕ ਆ, ਠੀਕ ਹੈ, ਉਹਦੀ ਕਿਸ ਤਰ੍ਹਾਂ ਮਦਦ ਹੋ ਸਕਦੀ ਆ, ਨਹੀਂ ਵੀ ਹੋ ਸਕਦੀ, ਉਹਨੂੰ ਹੌਸਲਾ ਕਿੱਦਾਂ ਦੇਣਾ ਹੈ। ਕਿਉਂਕਿ ਜੇ ਰਾਤ ਨੂੰ ਮੈਨੂੰ 12 ਵਜੇ ਕਾਲ ਕਰਦੇ ਨਾ, ਠੀਕ ਹੈ, ਮੈਂ ਉਹਦੀ ਮਦਦ ਨਹੀਂ ਕਰ ਸਕਦਾ, ਲੇਕਿਨ ਮੇਰੇ 2 ਸ਼ਬਦ, ਕਿਉਂਕਿ ਜਿਹੜੀ ਚੀਜ਼ ਦੀ ਮੈਨੂੰ ਪਤਾ ਉਹਨੂੰ ਦੱਸ ਕੇ ਉਹਨੂੰ ਜਿਹੜਾ ਫਾਇਦਾ ਹੁੰਦਾ, ਠੀਕ ਹੈ। ਹੁਣ ਸਮੇਂ ਮੁਤਾਬਕ ਇਹਨੇ ਕਈ ਵਾਰ ਉਮਰ ਦੇ ਹਿਸਾਬ ਨਾਲ ਥੱਕ ਜਾਈਦਾ, ਫੋਨ ਬੰਦ ਕਰ ਦਈਦਾ 10 ਵਜੇ ਤੋਂ ਬਾਅਦ। ਪਰ ਮਨਪ੍ਰੀਤ ਕਹਿੰਦੇ ਹੁੰਦੇ ਜੋ ਸਿੱਖਣਾ ਤੁਸੀਂ, ਹੈ ਨਾ, ਕਹਿੰਦੇ ਹੁੰਦੇ ਜਨੂਨ ਹੋਣਾ ਚਾਹੀਦਾ ਤੁਹਾਡੇ 'ਚ ਕੋਈ ਕੰਮ ਕਰਨ ਦਾ, ਤੇ ਸਾਰਾ ਕੁਝ ਆ ਜਾਂਦਾ। ਬਸ ਇਹ ਆ ਕਿ ਜਨੂਨ ਹੋਣਾ ਚਾਹੀਦਾ ਕਿ ਮੈਂ ਯਾਰ ਇਹ ਚੀਜ਼ ਕਰਨੀ ਆ। ਸੇਮ ਥਿੰਗ ਮੈਂ ਤਾਂ ਇਹ ਗੱਲ ਨੂੰ ਕੀਤਾ ਕਿ ਜਿਵੇਂ ਤੁਸੀਂ ਕਿਹਾ ਨਾ, ਮੈਂ ਵੀ ਜਦੋਂ ਆਇਆ ਸੀ ਮੈਨੂੰ ਕੁਝ ਵੀ ਨਹੀਂ ਪਤਾ ਸੀ, ਮੈਨੂੰ ਸੀ ਵਾਈਫ ਸਿੱਖ ਲਾਂਗੇ ਵਿਦਨ ਮੰਥ, ਲੈਸ ਦੈਨ ਮੰਥ, ਉਸ ਤੋਂ ਪਹਿਲਾਂ ਸਿੱਖ ਲਏ ਔਰ ਕਦੇ ਕੋਈ ਪ੍ਰੋਬਲਮ ਨਹੀਂ ਆਈ। ਬਿਲਕੁਲ ਪ੍ਰੋਬਲਮ ਦੇਖੋ, ਮੈਂ ਹਮੇਸ਼ਾ ਕਹਿਣਾ ਹੁੰਦਾ, ਕੋਈ ਵੀ ਬੰਦਾ ਆਪਣੀਆਂ ਗਲਤੀਆਂ ਤੋਂ ਸਿੱਖਦਾ, ਜਾਂ ਜਿੰਨੀਆਂ ਉਹਨੂੰ ਪ੍ਰੋਬਲਮ ਆਉਂਦੀਆਂ ਨੇ ਉਹ ਤੋਂ ਸਿੱਖਦਾ। ਜਿੰਨੀਆਂ ਤੁਹਾਨੂੰ ਪ੍ਰੋਬਲਮਾਂ ਵੱਧ ਆਉਣਗੀਆਂ ਉਹਨਾਂ ਤੁਸੀਂ ਵੱਧ ਸਿੱਖੋਗੇ। ਪ੍ਰੋਬਲਮਾਂ ਤੋਂ ਡਰਨਾ ਨਹੀਂ ਚਾਹੀਦਾ, ਪ੍ਰੋਬਲਮਾਂ ਨੂੰ ਫੇਸ ਕਰਨਾ ਚਾਹੀਦਾ। ਇਹ ਗਿਆਨ ਨਹੀਂ, ਇਹ ਹਕੀਕਤ ਹੈ ਜਿਹੜੀ ਮੈਂ ਗੱਲ ਕਰ ਰਿਹਾ ਸੰਦੀਪ ਜੀ। ਇਹ ਗਿਆਨ ਨਹੀਂ, ਇਹ ਹਕੀਕਤ ਹੈ, ਕਿਉਂਕਿ ਅਸੀਂ ਵੀ ਇਹ ਪ੍ਰੋਬਲਮਾਂ ਫੇਸ ਕਰਕੇ ਇੱਥੇ ਤੱਕ ਆਏ ਹਾਂ। ਬਿਲਕੁਲ ਇਹ ਲੜਨ ਦੀ, ਇਹ ਜੂਝਣ ਦੀ ਜਿਹੜੀ ਸਾਡੇ ਕੋਲ ਵੀ ਆਪਣੇ ਸਾਹਸ ਆਉਂਦੇ ਆ,
ਇਹ ਸਾਨੂੰ ਸਾਡੇ ਵਿਰਸੇ ਤੋਂ ਮਿਲੇ ਆ। ਜਿਵੇਂ ਆਪਾਂ ਗੱਲ ਕਰਦੇ ਆ ਮਾਇਓ ਸਿੰਘ ਮਨਹਾਸ ਉਹਨਾਂ ਦੀ, ਯੈਸ ਕਿਵੇਂ ਉਹਨਾਂ ਨੇ ਕਿੱਡਾ ਸਾਹਸ ਕਰਕੇ ਉਸ ਟਾਈਮ ਬਿਜ਼ਨਸ ਤੋਰਿਆ ਜਦੋਂ ਕੋਈ ਬਿਜ਼ਨਸ ਦੀ ਗੱਲ ਵੀ ਨਹੀਂ ਕਰ ਰਿਹਾ ਸੀ। ਜਦੋਂ ਸਾਡੇ ਤੇ ਵੱਡੇ ਸੈਕਸ਼ਨ ਜਾਂ ਸਾਨੂੰ ਰੋਕਾਂ ਲੱਗ ਰਹੀਆਂ ਸੀ, ਇਮੀਗ੍ਰੇਸ਼ਨ ਦੀਆਂ ਰੋਕਾਂ ਜਾਂ ਹੋਰ ਆਪਣੇ ਕਾਮਾਗਾਟਾ ਮਾਰੂ ਜਹਾਜ਼ ਵੀ ਹਜੇ ਹੋ ਕੇ ਹੀ ਹਟਿਆ ਸੀ 1914 ਦੀ ਜੇ ਗੱਲ ਕਰੀਏ, ਉਸ ਤੋਂ ਬਾਅਦ ਵੀ ਉਹ ਯੋਧੇ ਨੇ ਜਿਹੜੇ ਨਾਲ ਡਰਨ ਵਾਲੇ ਸੀ ਨਾ ਖੜਨ ਵਾਲੇ ਸੀ। ਇਹ ਉਹ ਯੋਧੇ ਆ ਜਿਹੜੇ ਸਮੇਂ ਨੂੰ ਅੱਗੇ ਲਾ ਕੇ ਆਪ ਤੁਰੇ। ਫਿਰ ਇਹ ਲੰਬਰ ਮਿਲ ਦੇ ਵਿੱਚ ਆਪਣੇ ਕੰਮ ਕਰਦੇ ਹੋਏ ਉਹ ਲੰਬਰ ਮਿਲ ਨੂੰ ਖਰੀਦਣਾ, ਔਰ ਲੰਬਰ ਮਿਲ ਨੂੰ ਕੱਲਾ ਖਰੀਦਣਾ ਨਹੀਂ, ਉੱਥੇ ਆਪਣੇ ਪਿੰਡ ਦੇ ਨਾਂ ਤੇ ਪਾਲ ਦੀ ਕਮਿਊਨਿਟੀ ਬਣਾਉਣਾ ਬਹੁਤ ਮਾਣ ਵਾਲੀ ਗੱਲ ਆ। ਪਿੰਡ ਪਾਲ ਦੀ ਦੇ ਜਾਂ ਸਾਰੇ ਪੰਜਾਬ ਲਈ ਜਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਹੁਤ ਮਾਣ ਵਾਲੇ ਪਲ ਨੇ ਜਿਹੜੇ ਆਪਾਂ ਡਿਸਕਸ ਕਰ ਰਹੇ ਹਾਂ ਸੰਦੀਪ ਜੀ ਅੱਜ। ਬਿਲਕੁਲ ਸੱਚੀ ਗੱਲ ਹੈ ਮਨਪ੍ਰੀਤ, ਬਿਲਕੁਲ ਸਲੂਟ ਆ ਇਦਾਂ ਦੇ ਇਨਸਾਨਾਂ ਨੂੰ। ਮੈਂ ਚਾਹੁੰਦਾ ਸੀਗਾ ਕਿ ਕਿਤੇ ਉਹਨਾਂ ਦੀ ਪਿਕਚਰ ਵੀ ਮਿਲ ਜਾਂਦੀ ਨਾ, ਕੋਸ਼ਿਸ਼ ਕਰਾਂਗੇ ਕਿ ਜਦੋਂ ਬਾਅਦ ਦੇ ਵਿੱਚ YouTube ਦੇ ਉੱਪਰ ਸ਼ੇਅਰ ਕਰਾਂਗੇ ਕਿ ਉਹਨਾਂ ਦੀ ਮਾਇਓ ਸਿੰਘ ਮਨਹਾਸ ਉਹਨਾਂ ਦੀ ਪਿਕਚਰ ਮਿਲ ਗਈ ਤੇ ਉਹ ਵੀ ਆਪਾਂ ਉਹਦੇ ਪਰਿਵਾਰ ਦੀ ਪਿਕਚਰ ਮਿਲ ਗਈ ਨਾਲ ਦੀ ਨਾਲ ਸ਼ੇਅਰ ਕਰਾਂਗੇ। ਮਨਪ੍ਰੀਤ ਅੱਜ ਲਈ ਇੰਨਾ ਹੀ ਤੇ ਧੰਨਵਾਦ। ਇੱਕ ਵਾਰੀ ਜ਼ਰੂਰ ਬਾਈ ਜੀ ਆਟੋ ਸੇਲ ਬਾਰੇ ਦੱਸ ਦਿਓ ਜਾਂਦੇ ਜਾਂਦੇ। ਬਿਲਕੁਲ ਜੀ, ਬਾਈ ਜੀ ਆਟੋ ਸੇਲ 2 ਲੋਕੇਸ਼ਨਾਂ ਹੈਗੀਆਂ ਨੇ ਜੀ ਸਾਡੀਆਂ, ਕੁਈਨ 126 ਕੁਈਨ ਸਟਰੀਟ ਤੇ 506 ਮੇਨ ਸਟਰੀਟ ਤੇ ਸਾਡੇ ਦੇ ਕੋਲ 400 ਤੋਂ ਪਲੱਸ ਕਾਰਸ ਹੈਗੀਆਂ ਨੇ ਜਿਹੜੀਆਂ ਐਕਸੀਡੈਂਟ ਫ੍ਰੀ ਅਸੀਂ ਕਾਰਸ ਵੇਚਦੇ ਹਾਂ ਤੇ ਇੱਥੇ ਤੁਹਾਡੀ ਅਪਰੂਵਲ ਹੋ ਜਾਣੀ ਹੈ। ਤੇ ਵਨ ਸਟਾਪ ਸ਼ਾਪ ਹੈਗੀ ਆ ਸਾਡੀ। ਤੁਸੀਂ ਰਿਪੇਅਰ ਦੀਆਂ ਸੇਵਾਵਾਂ ਲੈਣੀਆਂ ਨੇ, ਕਾਰ ਰਿਪੇਅਰ ਕਰਾਉਣੀ ਹੈ ਜਾਂ ਤੁਹਾਨੂੰ ਕਸਟਮ ਅਲਾਈ ਵੀਲ ਚਾਹੀਦੇ ਆ ਜਾਂ ਟਾਇਰ ਚਾਹੀਦੇ ਆ ਹੋਲਸੇਲ ਪ੍ਰਾਈਸ ਤੇ, ਮਤਲਬ ਆਟੋ ਦੀ ਕੋਈ ਵੀ ਨੀਡ ਹੋਵੇ, ਤੁਹਾਨੂੰ ਕਾਰਾਂ ਦੇ ਪ੍ਰਤੀ ਕੋਈ ਵੀ ਨੀਡ ਹੋਵੇ, ਉਹ ਸਾਡੇ ਇੱਥੇ ਹੀ ਤੁਹਾਨੂੰ ਪੂਰੀ ਹੋ ਜਾਣੀ ਹੈ। ਸਿਰਫ ਤੁਸੀਂ ਸਾਨੂੰ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ, 22G ਆਟੋ ਸੇਲ ਤੁਸੀਂ ਪਾ ਲਓ, ਉੱਥੇ ਤੁਹਾਨੂੰ ਸਾਰਾ ਕੁਝ ਆ ਜਾਏਗਾ। ਵੈਬਸਾਈਟ ਤੇ ਜਾ ਕੇ ਤੁਸੀਂ ਗੱਡੀਆਂ ਦੀ ਚੋਣ ਵੀ ਕਰ ਸਕਦੇ ਹੋ। ਸਾਡੇ ਪ੍ਰਾਈਸ ਫੇਅਰ ਪ੍ਰਾਈਸ ਨੇ, ਇੱਕ ਪ੍ਰਾਈਸ ਹੁੰਦਾ, ਕੋਈ ਵੀ ਨੈਗੋਸ਼ੀਏਟ ਨਹੀਂ ਹੁੰਦਾ। ਜਿਹੜਾ ਪ੍ਰਾਈਸ ਸਾਡਾ ਹੈਗਾ, ਚਾਹੇ ਕੋਈ ਬੱਚਾ ਆਉਂਦਾ, ਚਾਹੇ ਕੋਈ ਬਜ਼ੁਰਗ ਆਉਂਦਾ, ਚਾਹੇ ਕੋਈ ਸਾਡੀ ਮਾਂ ਆਉਂਦੀ ਹੈ, ਚਾਹੇ ਸਾਡੀ ਕੋਈ ਭੈਣ ਆਉਂਦੀ ਹੈ, ਚਾਹੇ ਤੁਹਾਨੂੰ ਗੱਡੀਆਂ ਬਾਰੇ ਪਤਾ ਚਾਹੇ ਨਹੀਂ ਗੱਡੀਆਂ ਬਾਰੇ ਪਤਾ, ਤੇ ਟ੍ਰੀਟਮੈਂਟ ਸੇਮ ਹੋਊਗਾ ਤੁਹਾਡੇ ਲਈ। ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਸ਼ਬਦ ਨਹੀਂ ਵਰਤਿਆ ਜਾਂਦਾ ਜਿਹੜਾ ਝੂਠ ਹੋਵੇ। ਓਨੈਸਟੀ ਨਾਲ ਕੰਮ ਕਰਦੇ ਆ। ਤੇ ਸਾਡਾ ਨੰਬਰ ਹੈਗਾ 855 355 002। ਮਨਪ੍ਰੀਤ ਬਹੁਤ ਬਹੁਤ ਮਿਹਰਬਾਨੀ। ਅਗਲੇ ਵੀਕ ਫਿਰ ਗੱਲਬਾਤ ਕਰਾਂਗੇ ਆਪਾਂ। ਸ਼ੁਕਰੀਆ ਮੇਰੇ ਵੀਰ। ਥੈਂਕ ਯੂ ਸੋ ਮਚ ਜੀ। ਧੰਨਵਾਦ ਦੋਸਤੋ। ਇਹ ਸੀ ਮਨਪ੍ਰੀਤ ਬੋਪਰਾਏ ਸਾਹਿਬ ਗੱਲਬਾਤ ਕਰ ਸੀ ਮਾਇਓ ਸਿੰਘ ਮਨਹਾਸ ਉਹਨਾਂ ਦੀ। ਕਿਸ ਤਰ੍ਹਾਂ ਉਹਨਾਂ ਨੇ ਲੰਬਰ ਮਿਲ ਸ਼ੁਰੂਆਤ ਕੀਤੀ ਕੰਪਨੀ ਲਈ, ਕਿਸ ਤਰ੍ਹਾਂ ਅੱਗੇ ਕਿੰਨੇ ਇਤਿਹਾਸ ਦੇ ਵਿੱਚ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕੀਤਾ ਔਰ ਹਮੇਸ਼ਾ ਸੁਨਹਿਰੇ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਊਗਾ। ਡਿਸੀਜਨ ਮੇਕਰ ਮੈਨੂੰ ਬੜਾ ਚੰਗਾ ਲੱਗਦਾ। ਜਿਹੜਾ ਡਿਸੀਜਨ ਮੇਕਰ ਆਦਮੀ ਹੁੰਦਾ ਨਾ, ਉਹ ਹਮੇਸ਼ਾ ਚੰਗੇ ਲੱਗਦੇ ਆ ਤੇ ਜਦੋਂ ਨਾਲ ਦੀ ਨਾਲ ਉਹ ਮਿਹਨਤ ਕਰਦੇ ਆ ਤੇ ਵੱਡਾ ਕਮਿਊਨਿਟੀ ਦੇ ਵਿੱਚ ਵੱਖਰਾ ਨਾਮ ਕਰਦੇ ਆ। ਸੋ ਦੋਸਤੋ ਸਮਾਂ ਹੁਣ ਇੱਕ ਬ੍ਰੇਕ ਦਾ ਹੋਇਆ, ਬ੍ਰੇਕ ਹੀ ਕਹੂੰਗਾ ਕਿਉਂਕਿ ਅੱਜ ਮੈਂ ਫਿਰ ਰਿਕੁਐਸਟ ਕਰਕੇ ਅਗਲਾ ਜਿਹੜਾ ਹੈਗਾ ਨਾ ਅੱਧੇ ਕੁ ਘੰਟੇ ਦਾ ਪ੍ਰੋਗਰਾਮ ਜੇ ਜ਼ਿਆਦਾ ਵੀ ਲੱਗਾ, ਪ੍ਰਿੰਸ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਗੱਲਬਾਤ ਕਰਨੀ ਆ ਪਵਨਦੀਪ ਬੈਨੀਪਾਲ ਸਾਹਿਬ ਨਾਲ। ਸੋ ਇੰਡੀਆ ਗਏ ਹੋਏ ਸੀਗੇ, ਆਪਣੇ ਫਾਦਰ ਸਾਹਿਬ ਉਹਨਾਂ ਦੇ ਥੋੜ੍ਹੇ ਜਿਹੇ ਸਿੱਖ ਸੀਗੇ, ਸੋ ਵਾਪਸ ਆਏ ਆ। ਤੇ ਮੈਂ ਜ਼ਰੂਰ ਚਾਹੁੰਦਾ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਹੋਰ ਵੀ ਸਾਡੇ ਇੰਡੀਆ ਗਏ ਹੋਏ ਆ, ਔਖੇ ਸਮੇਂ ਦੇ ਵਿੱਚ ਗਏ ਹੋਏ ਆ, ਉੱਥੇ ਹੈਗੇ ਆ ਔਰ ਪਿੱਛੇ ਇੱਥੇ ਬਿਜ਼ਨਸ ਵੀ ਆ ਜਾਂ ਹੋਰ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਵਾਪਸ ਹੋਣਾ ਪੈਂਦਾ ਹੈ ਕਿਉਂਕਿ ਡਾਇਰੈਕਟ ਜਿਹੜੀ ਫਲਾਈਟ ਇੰਡੀਆ ਤੋਂ ਕੈਨੇਡਾ ਨੂੰ ਔਰ ਕੈਨੇਡਾ ਤੋਂ ਇੰਡੀਆ ਨੂੰ ਡਾਇਰੈਕਟ ਫਲਾਈਟ ਬੰਦ ਹੋਈ ਆ। ਔਰ ਕਿਹੜਾ ਰਾਹ ਹੈਗਾ ਉਹ ਵਾਪਸ ਆ ਸਕਦੇ ਆ ਔਰ ਰਸਤੇ ਦੇ ਵਿੱਚ ਕਿਹੜੀਆਂ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਕਿਉਂਕਿ 3 ਤੋਂ 4 ਦਿਨ ਲੱਗ ਜਾਂਦੇ ਆ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਇਸੇ ਹੀ ਤਰ੍ਹਾਂ ਤੁਸੀਂ ਸਾਡੇ ਪੰਜਾਬ TV ਦੇ ਉੱਪਰ ਦੇਸੀ ਰੰਗ ਸ਼ੋਅ ਨਾਲ ਜੁੜੇ ਰਹੋ। ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।